परम सत्कारयोग सतगुरां दी साजी और नवाजी हुई साध संगत जीओ, आप माई भाई काफ़ी समय तो लैके चवरां तख्तां दे मालक गुरता गद्दी ते विराजमान प्रतख सतगुरु सारे संसार दे सांझे रहबर धन धन साहिब श्री गुरु ग्रंथ साहिब महाराज जियां दे पावन पवित्र चरनां दे विच बैठ करके गुरबाणी दे आनंद माणदे आ रहे सी। आओ हुण आपां रल मिल के माता गुजर कौर दे अखियां दे तारे गुरु तेग बहादुर महाराज जी दे पुत्रां दे दानी नीले दे साथ सवार आनंदपुर दे वासी पटने दे माही दुखियां दे सहारे बाजां वाले ताजां वाले धन धन गुरु गोबिंद सिंह महाराज उन्हां दे जीवन इतिहास की कथा चलती आ रही है। राजा भीम चंद दी खोटी चाल भावें गुरु जी दे नाल दोबारा सुलह भी कर लई, महाराज ने फिर लवे ला लिया इन्हां नूं। जद गुरु जी चमकौर आन के ठहरे तां राजा भीम चंद ने अपने मंत्रियों नाल सलाह की कि इत्थे गुरु जी पास कोई किला या कोट नहीं है अते ना ही बहुती सेना है। इस वास्ते हुण इन्हां नूं काबू कर लैण दा बहुत चंगा समा है। उस समय लाहौर तो दो सैनापति फौज लैके दिल्ली नूं जा रहे सन। मंत्रियों की सलाह अनुसार भीम चंद ने अपने आदमी भेज के लुधियाने जा आख्या कि इस समय गुरु जी रोड मैदान विच बैठे हैं, जे तुसी उन्हां उत्ते हमला कर दिओ तां तुहाडी फतेह यकीनी है। सैदा बेग ते अलप खां दोवें सैनापति इन्हां दी सलाह मन के अपनी 10,000 फौज नूं लैके लुधियाने तो चमकौर नूं आ गए। सैदा बेग ते अलप खां सारी गल सुन के धन अते अपनी मान वडियाई दा लालच करके लुधियाने तो सतलुज नदी पार करके चमकौर नूं चल पे। इस चढ़ाई की खबर जदों गुरु जी नूं भी चमकौर साहिब पुजी तां आप जी ने रणजीत नगारे उत्ते दोहरी चोटां लगवा के अपने योधियां नूं हुक्म दे दिता। योधियां ने तैयारी करके अगे होके तुरकां नूं रोक लिया। दोहां फौजां दे आमो सामने होण नाल जंग हो गया। तोपां बंदूकां तीरां बरखा होण लगी। गुरु जी पिछे खड़ोते सब कुछ वेख रहे सन। जद सैदा बेग ने आप जी नूं पिछे खड़ा वेख्या तां दर्शन करके उसनूं आप जी उत्ते ऐसी सरदा पैदा हुई कि उसने ਸਿੰਘਾਂ ਨੂੰ संबोधन करके आख्या, जिस तरह तुसी गुरु दे सिख हो मैनू भी उस तरह ही उन्हां दा दास समझो। सिख योधियां नूं ये भरोसा दे के सैदा बेग अपने आदमियों नूं नाल लैके सिखां वल होके अलफ खां दे सैनिकां नाल लड़न लग पिया। जद अलफ खां ने ये गल वेखी
ਤਾਂ ਉਹ ਆਪਣੇ ਆਦਮੀ ਲੈ ਕੇ ਪਿੱਛੇ ਹਟ ਗਿਆ। ਸਿੱਖਾਂ ਤੇ ਸੈਦੇ ਵੇਗ ਨੇ ਤੁਰਕਾਂ ਦਾ ਬਹੁਤ ਆਦਮੀ ਮਾਰ ਦਿੱਤੇ। ਸਿੱਖ ਯੋਧੇ ਸੈਦਾ ਵੇਗ ਖੁਸ਼ੀ ਦੇ ਜਕਾਰੇ ਬੁਲਾਉਂਦੇ ਹੋਏ ਗੁਰੂ ਜੀ ਪਾਸ ਆ ਗਏ। ਸੈਦਾ ਵੇਗ ਨੇ ਘੋੜੇ ਤੋਂ ਉਤਰ ਕੇ ਗੁਰੂ ਜੀ ਦੇ ਚਰਨਾਂ ਦੇ ਉੱਤੇ ਜਾ ਮੱਥਾ ਟੇਕਿਆ। ਗੁਰੂ ਜੀ ਨੇ ਉਸ ਦਾ ਪ੍ਰੇਮ ਸਰਧਾ ਵੇਖ ਕੇ ਉਸ ਨੂੰ ਅਸੀਸ ਦਿੱਤੀ। ਸੈਦਾ ਵੇਗ ਨੇ ਬੇਨਤੀ ਕੀਤੀ, ਹੇ ਵੱਡੇ ਪੀਰ ਗੁਰੂ ਜੀ, ਮੈਨੂੰ ਬਖਸ਼ ਲਵੋ। ਮੇਰੇ ਪਾਸੋਂ ਅਣਜਾਣੇ ਪੁਣੇ ਦੇ ਵਿੱਚ ਭੁੱਲ ਹੋ ਗਈ, ਮੈਨੂੰ ਬਖਸ਼ ਲਵੋ। ਮੈਤੋਂ ਅਣਜਾਣੇ ਪੁਣੇ ਦੇ ਵਿੱਚ ਭੁੱਲ ਹੋ ਗਈ, ਜੋ ਭੀਮ ਚੰਦ ਦੀ ਪ੍ਰੇਰਨਾ ਕਰਕੇ ਮੈਂ ਤੁਹਾਡੇ ਉੱਤੇ ਚੜ੍ਹਾਈ ਕਰ ਦਿੱਤੀ। ਸਤਿਗੁਰੂ ਜੀ ਨੇ ਉਸ ਨੂੰ ਧੀਰਜ ਦੇ ਕੇ ਆਖਿਆ ਕਿ ਤੂੰ ਬਖਸ਼ਿਆ ਗਿਆ ਹੈ। ਸੈਦਾ ਵੇਗ ਨੇ ਗੁਰੂ ਜੀ ਦੀ ਸ਼ਰਨ ਗ੍ਰਹਿਣ ਕਰਕੇ ਆਪਣਾ ਸਾਰਾ ਡੇਰਾ ਲੁਟਾ ਦਿੱਤਾ ਤੇ ਸੈਨਿਕਾਂ ਨੂੰ ਛੁੱਟੀਆਂ ਦੇ ਦਿੱਤੀਆਂ। ਗੁਰੂ ਜੀ ਨੇ ਬਖਸ਼ ਦਿੱਤਾ। ਮਹਾਰਾਜ ਜੀ ਕਹਿੰਦੇ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਦ ਸੁਆਮੀ ਸਮਝਾ। ਇਹ ਗੁਰੂ ਦਾ ਤੇ ਗੁਰੂ ਦੇ ਪਿਆਰਿਆਂ ਦਾ ਬਿਰਦ ਹੁੰਦਾ ਹੈ। ਜਿਹੜਾ ਕੋਈ ਵੀ ਸ਼ਰਨ ਦੇ ਵਿੱਚ ਆ ਜਾਵੇ, ਰੱਬ ਦੇ ਪਿਆਰੇ ਗੁਰੂ ਉਹਨਾਂ ਨੂੰ ਬਖਸ਼ ਦਿੰਦੇ ਨੇ। ਆਖੋ ਸਤਿਨਾਮ। ਗੁਰਾਂ ਦੀ ਕਿਰਪਾ ਹੁੰਦੀ ਹੈ ਰੱਬ ਦੇ ਪਿਆਰਿਆਂ ਤੇ, ਸਾਧੂ ਸੰਤਾਂ ਮਹਾਂਪੁਰਖਾਂ ਤੇ। ਗੁਰਮੁਖ ਪਿਆਰਿਓ, ਉਹ ਦੁਨੀਆ ਨੂੰ ਤਾਰਨ ਵਾਸਤੇ ਆਉਂਦੇ ਨੇ। ਜਿਵੇਂ ਇੱਕ ਵਿਰਸਾ ਨਾ, ਉਹ ਵਿਰਸ ਗੁਰਮੁਖ ਪਿਆਰਿਓ ਫਲ ਵੀ ਦਿੰਦਾ, ਫੁੱਲ ਵੀ ਦਿੰਦਾ ਤੇ ਸਾਹ ਵੀ ਦਿੰਦਾ। ਬੰਦਾ ਠੰਡੀ ਠੰਡੀ ਸਾਹ ਦੇ ਵਿੱਚ ਬਹਿ ਕੇ ਗਰਮੀਆਂ ਵਿੱਚ ਆਨੰਦ ਮਾਣਦਾ। ਇਸੇ ਤਰ੍ਹਾਂ ਜਿਹੜੇ ਸਾਧੂ ਸੰਤ ਮਹਾਂਪੁਰਸ਼ ਆਉਂਦੇ ਨੇ ਸੰਸਾਰ ਦੇ ਵਿੱਚ ਦੁਨੀਆ ਨੂੰ ਤਾਰਨ ਵਾਸਤੇ ਨਾਮ ਬਾਣੀ ਦੇ ਨਾਲ, ਤਾਂ ਗੁਰਮੁਖ ਪਿਆਰਿਓ ਉਹ ਇੱਕ ਬਿਰਸ ਦੀ ਨਿਆਈ ਹੁੰਦੇ ਨੇ। ਕਿਉਂਕਿ ਜਿਹੜੀ ਸਾਹ ਹੈ ਉਹ ਸਾਰੇ ਨੂੰ ਹੀ ਸਾਹ ਦਿੰਦੀ ਆ, ਹਵਾ ਦਿੰਦੀ ਆ। ਭਾਵੇਂ ਕੋਈ ਉੱਥੇ ਨਿੰਦਕ ਆ ਜਾਵੇ, ਭਾਵੇਂ ਕੋਈ ਗੁਰਮੁਖ ਆ ਜਾਵੇ, ਸ਼ਰਧਾਲੂ ਆ ਜਾਵੇ, ਪਰ ਉਹ ਜਿਹੜਾ ਵਿਰਸਾ ਉਹਨੇ ਗੁਰਮੁਖ ਪਿਆਰਿਓ ਸਾਰਿਆਂ ਨੂੰ ਠੰਡੀ ਠੰਡੀ ਸਾਹ ਦੇਣੀ ਆ ਤੇ ਹਵਾ ਦੇਣੀ ਆ। ਇਸੇ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ, ਉਹਨਾਂ ਨੂੰ ਨਾ ਕੋਈ ਨਿੰਦਕਾਂ ਦਾ ਡਰ ਹੁੰਦਾ ਤੇ ਨਾ ਕੋਈ ਗੁਰਮੁਖਾਂ ਦਾ, ਸੇਵਕਾਂ ਦਾ। ਉਹ ਸਭ ਨੂੰ ਇੱਕ ਸਾਰ ਸਮਝਦੇ ਨੇ। ਪਰ ਮਹਾਰਾਜ ਜੀ ਨੇ ਕਿਹਾ, ਜੈਸੀ ਕਰਨੀ ਵੈਸੀ ਭਰਨੀ। ਜਿਹੇ ਜੀ ਜੈਸਾ ਬੀਜ ਸੋਲਣਾ, ਕਰਮਾ ਸੰਦੜਾ ਖੇਤ। ਜਿਹੇ ਜਿਹਾ ਕੋਈ ਬੀਜ ਬੀਜਦਾ ਉਹਨੂੰ ਇੱਥੇ ਵੱਢਣਾ ਪੈਂਦਾ। ਇਹ ਆਖੋ ਸਤਿਨਾਮ। ਬਹੁਤ ਦੇਖੇ ਨੇ ਗੁਰਮੁਖ ਪਿਆਰਿਓ, ਰੱਬ ਦੇ ਪਿਆਰੇ ਸਾਧੂ ਸੰਤਾਂ ਮਹਾਂਪੁਰਖਾਂ ਦੀਆਂ, ਉਹਨਾਂ ਦੀਆਂ ਨਿੰਦਿਆ ਜਿਹੜੇ ਭਜਨ ਬੰਦਗੀ ਕਰਦੇ ਨੇ, ਭਗਤੀ ਕਰਦੇ ਨੇ, ਸਿਮਰਨ ਕਰਦੇ ਨੇ, ਬੰਦਗੀ ਦੇ ਵਿੱਚ ਲੱਗੇ ਰਹਿੰਦੇ ਨੇ। ਪਰ ਉਹੀ ਲੋਕ ਨੇ ਜਿਹੜੀ ਉਹਨਾਂ ਦੀ 24 ਘੰਟੇ ਨਿੰਦੇ ਕਰਦੇ ਰਹਿੰਦੇ ਨੇ। ਦੇਖੋ ਮਹਾਰਾਜ ਦੀ ਬਾਣੀ ਦੱਸਦੀ ਆ, ਸੰਤ ਕਾ ਦੋਖੀ ਉਜੜ ਪਾਈਏ। ਪੜ੍ਹੋ ਗੁਰਬਾਣੀ। ਸਤਿਗੁਰੂ ਮਹਾਰਾਜ ਜੀ ਦੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਤਾਂ ਦੇ ਬਾਰੇ, ਬ੍ਰਹਮ ਗਿਆਨੀਆਂ ਦੇ ਬਾਰੇ ਗੁਰਬਾਣੀ ਦੇ ਵਿੱਚ ਲਿਖਿਆ। ਪਤਾ ਲੱਗਦਾ ਪੜ੍ਹ ਕੇ ਗੁਰਮੁਖ ਪਿਆਰੇ, ਜਦੋਂ ਅਸੀਂ ਗੁਰਬਾਣੀ ਗੁਰੂ ਦੀ ਪੜ੍ਹਦੇ ਆ। ਜੇ ਹੁਣ ਗੁਰਬਾਣੀ ਨਹੀਂ ਪੜਾਂਗੇ, ਨਾ ਉੱਠ ਕੇ ਅੰਮ੍ਰਿਤ ਵੇਲੇ ਨਹਾਉਣਾ, ਨਾ ਕੋਈ ਮਾਣ, ਨਾ ਮਰਿਆਦਾ,
ਨਾ ਕੋਈ ਨਿਤਨੇਮ, ਨਾ ਕੋਈ ਬਾਣੀ ਦਾ ਜਾਪ, ਫਿਰ ਗਿਆਨ ਕਿੱਥੋਂ ਹੋਣਾ? ਗਿਆਨ ਤਾਂ ਗੁਰਬਾਣੀ ਨੇ ਦੇਣਾ ਨਾ। ਗੁਰਬਾਣੀ ਸਾਡਾ ਗੁਰੂ ਆ, ਗੁਰੂ ਨੇ ਸਾਨੂੰ ਗਿਆਨ ਦੇਣਾ। ਗੁਰੂ ਦੇ ਕੋਲ ਆਵਾਂਗੇ ਤਾਂ ਹੀ ਗਿਆਨ ਹੋਏਗਾ। ਇਸ ਕਰਕੇ ਉਹਨੇ ਬੇਨਤੀ ਕੀਤੀ ਹੱਥ ਜੋੜ ਕੇ, ਸੱਚੇ ਪਾਤਸ਼ਾਹ ਮੇਰੇ ਤੋਂ ਜਾਣੇ ਅਣਜਾਣੇ ਪਣੇ ਦੇ ਵਿੱਚ ਭੁੱਲ ਹੋ ਗਈ, ਜੋ ਭੀਮ ਚੰਦ ਦੀ ਪ੍ਰੇਰਨਾ ਕਰਕੇ ਮੈਂ ਤੁਹਾਡੇ ਉੱਤੇ ਚੜ੍ਹਾਈ ਕਰਕੇ ਆਇਆ ਸਾਂ। ਸਤਿਗੁਰੂ ਜੀ ਨੇ ਉਸ ਨੂੰ ਧੀਰਜ ਦੇ ਕੇ ਆਖਿਆ ਕਿ ਤੂੰ ਬਖਸ਼ਿਆ ਗਿਆ ਹੈ। ਸੈਦਾ ਬੇਗ ਨੇ ਗੁਰੂ ਜੀ ਦੀ ਸ਼ਰਨ ਗ੍ਰਹਿਣ ਕਰਕੇ ਆਪਣਾ ਸਾਰਾ ਡੇਰਾ ਲੁਟਾ ਦਿੱਤਾ ਤੇ ਸੈਨਿਕਾਂ ਨੂੰ ਛੁੱਟੀਆਂ ਦੇ ਦਿੱਤੀਆਂ। ਦੂਸਰੇ ਦਿਨ ਗੁਰੂ ਜੀ ਜਿੱਤ ਦੇ ਨਗਾਰੇ ਵਜਾਉਂਦੇ ਹੋਏ ਆਨੰਦਪੁਰ ਸਾਹਿਬ ਨੂੰ ਚੱਲ ਪਏ। ਆਪ ਜੀ ਦੇ ਆਨੰਦਪੁਰ ਸਾਹਿਬ ਪਹੁੰਚਣ ਪਰ ਲੋਕਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ ਅਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਮਾਤਾ ਜੀ ਪਾਸ ਜਾ ਕੇ ਉਹਨਾਂ ਨੂੰ ਮੱਥਾ ਟੇਕਿਆ, ਮਾਤਾ ਗੁਜਰ ਕੌਰ ਜੀ ਨੂੰ, ਅਤੇ ਫਿਰ ਆਪਣੇ ਵਿਸਰਾਮ ਸਥਾਨ ਤੇ ਆ ਗਏ। ਦੂਸਰੇ ਦਿਨ ਜਦ ਸੈਦਾ ਬੇਗ ਤੋਂ ਸਿੰਘਾਂ ਨੂੰ ਇਹ ਪਤਾ ਲੱਗਾ ਕਿ ਇਹ ਸਾਰੀ ਪਹਾੜੀਆਂ ਦੀ ਸ਼ਰਾਰਤ ਸੀ, ਸੈਦਾ ਬੇਗ ਨੇ ਦੱਸਿਆ ਇਹ ਜਿਹੜੀ ਇਹ ਸਾਰੇ ਪਹਾੜੀਆਂ ਦੀ ਸ਼ਰਾਰਤ ਸੀ, ਜਿਨ੍ਹਾਂ ਨੇ ਸਾਨੂੰ ਗੁਰੂ ਜੀ ਉੱਤੇ ਚੜ੍ਹਾਈ ਕਰਨ ਵਾਸਤੇ ਆਖਿਆ। ਗੁਰੂ ਜੀ ਉੱਤੇ ਚੜ੍ਹਾਈ ਕਰਨ ਵਾਸਤੇ ਲਿਆਂਦਾ, ਇਹ ਸਾਰੇ ਪਹਾੜੀਆਂ ਦੀ ਸ਼ਰਾਰਤ ਸੀ, ਜਿਨ੍ਹਾਂ ਨੇ ਸਤਿਗੁਰੂ ਜੀ ਉੱਤੇ ਚੜ੍ਹਾਈ ਚੜ੍ਹਾ ਕੇ ਲਿਆਂਦਾ ਸੀ। ਤਾਂ ਸਿੰਘਾਂ ਨੇ ਗੁਰੂ ਜੀ ਨੂੰ ਕਿਹਾ ਕਿ ਮਹਾਰਾਜ ਜੀ, ਇਹ ਪਹਾੜੀਏ ਬੜੇ ਧੋਖੇਬਾਜ਼ ਹਨ, ਉੱਪਰੋਂ ਮਿੱਠੇ ਰਹਿੰਦੇ ਨੇ, ਅੰਦਰੋਂ ਖੋਟ ਰੱਖਦੇ ਨੇ। ਗੁਰੂ ਜੀ ਨੇ ਕਿਹਾ ਤੁਸੀਂ ਆਪਣੀ ਤਿਆਰੀ ਰੱਖੋ, ਇਹ ਮੂਰਖ ਤਦੋਂ ਹੀ ਠੀਕ ਹੋਣਗੇ ਜਦੋਂ ਇਹਨਾਂ ਨੂੰ ਮਾਰ ਪਵੇਗੀ। ਦੂਸਰੇ ਦਿਨ ਸਿੰਘ ਘੋੜਿਆਂ ਉੱਤੇ ਕਾਠੀਆਂ ਪਾ ਕੇ ਸ਼ਿਕਾਰ ਚੱਲ ਪਏ ਅਤੇ ਦੂਰ ਦੂਰ ਪਿੰਡਾਂ ਤੱਕ ਪਹੁੰਚ ਗਏ। ਜਿਹੜੇ ਪਿੰਡ ਸਿੰਘਾਂ ਅੱਗੇ ਆਕੜੇ, ਉਹਨਾਂ ਨੂੰ ਸਿੰਘਾਂ ਨੇ ਚੰਗੀ ਤਰ੍ਹਾਂ ਸੋਧ ਕੇ ਆਪਣੀ ਕਾਰ ਲੈਣੀ ਠਹਿਰਾ ਲਈ ਅਤੇ ਰਸਤ ਪਾਣੀ ਘੋੜਿਆਂ ਵਾਸਤੇ ਦਾਣਾ ਪੱਠਾ ਲੈ ਕੇ ਉਹਨਾਂ ਨੂੰ ਕੁਝ ਨਾ ਆਖਿਆ। ਸਿੰਘਾਂ ਦੀਆਂ ਸੋਧ ਸਧਾਈਆਂ ਦੀਆਂ ਖਬਰਾਂ ਭੀਮ ਚੰਦ ਨੂੰ ਵੀ ਪਹੁੰਚ ਗਈਆਂ। ਲੋਕ ਵੀ ਰਾਜਾ ਪਾਸ ਜਾ ਕੇ ਪੁਕਾਰ ਕੀਤੀ। ਰਾਜੇ ਭੀਮ ਚੰਦ ਦੇ ਕੋਲ ਜਾ ਕੇ ਲੋਕਾਂ ਨੇ ਪੁਕਾਰ ਕੀਤੀ। ਭੀਮ ਚੰਦ ਆਦਿ ਪਹਾੜੀਏ ਰਾਜੇ ਆਪਣੀ ਪਰਜਾ ਕੋਲੋਂ ਸਿੰਘਾਂ ਦੀਆਂ ਇਹ ਗੱਲਾਂ ਸੁਣ ਕੇ ਬੜੇ ਦੁਖੀ ਹੁੰਦੇ, ਪਰ ਕਰ ਕੁਝ ਨਾ ਸਕਦੇ। ਇੱਕ ਬ੍ਰਾਹਮਣ ਇਸਤਰੀ ਪਠਾਨ ਪਾਸੋਂ ਵਾਪਸ ਕਰਾਉਣੀ। ਇੱਕ ਦਿਨ ਗੁਰੂ ਜੀ ਦੀਵਾਨ ਵਿੱਚ ਬੈਠੇ ਸਨ ਕਿ ਇੱਕ ਬ੍ਰਾਹਮਣ ਨੇ ਆਣ ਕੇ ਪੁਕਾਰ ਕੀਤੀ ਕਿ ਉਹ ਮੁਕਲਾਵਾ ਲੈ ਕੇ ਆਪਣੇ ਘਰ ਜਾ ਰਿਹਾ ਸੀ ਕਿ ਰਸਤੇ ਵਿੱਚ ਬਸੀ ਦੇ ਇੱਕ ਪਠਾਨ ਨੇ ਉਸ ਦੀ ਇਸਤਰੀ ਖੋਹ ਲਈ ਹੈ। ਮੇਰੀ ਕਿਸੇ ਨੇ ਪੁਕਾਰ ਫਰਿਆਦ ਨਹੀਂ ਸੁਣੀ, ਇਸ ਕਰਕੇ ਮੈਂ ਆਪ ਜੀ ਦੀ ਸ਼ਰਨ ਆਇਆ ਹਾਂ। ਜੇ ਤੁਸੀਂ ਮੇਰੀ ਇਸਤਰੀ ਮੈਨੂੰ ਨਹੀਂ ਦਿਵਾਵੋਗੇ ਤਾਂ ਮੈਂ ਵੀ ਆਪ ਜੀ ਦੇ ਬੂਹੇ ਅੱਗੇ ਸੜ ਕੇ ਮਰ ਜਾਵਾਂਗਾ। ਮੇਰੀ ਜੀਵਨ ਦਾ ਹੁਣ ਕੋਈ ਧਰਮ ਨਹੀਂ ਹੈ। ਗੁਰੂ ਜੀ ਨੇ ਉਸ ਨੂੰ ਧੀਰਜ ਦਿੱਤੀ ਅਤੇ ਆਖਿਆ ਕਿ ਤੂੰ ਚਿੰਤਾ ਨਾ ਕਰ, ਤੇਰੀ ਇਸਤਰੀ ਆ ਜਾਵੇਗੀ। ਉਪਰੰਤ ਗੁਰੂ ਜੀ ਨੇ ਵੱਡੇ ਸਾਹਿਬਜ਼ਾਦਾ ਬਾਬਾ ਜੀਤ ਸਿੰਘ ਜੀ ਨੂੰ
100 ਸਵਾਰਾਂ ਸਮੇਤ ਬਸੀ ਦੇ ਪਠਾਣਾ ਤੋਂ ਬ੍ਰਾਹਮਣ ਦੀ ਇਸਤਰੀ ਲਿਆਉਣ ਵਾਸਤੇ ਭੇਜ ਦਿੱਤਾ। ਸਾਹਿਬ ਅਜੀਤ ਸਿੰਘ ਜੀ ਨੇ 100 ਘੋੜ ਸਵਾਰਾਂ ਦੇ ਜਥੇ ਨਾਲ ਰਾਤੋਂ ਰਾਤ ਹੀ ਬਸੀ ਪਿੰਡ ਨੂੰ ਜਾ ਘੇਰਿਆ। ਸਿੰਘਾਂ ਦੀ ਤਿਆਰੀ ਵੇਖ ਕੇ ਪਿੰਡ ਦੇ ਸਾਰੇ ਵਸਨੀਕ ਭੈ ਭੀਤ ਹੋ ਗਏ। ਉਹਨਾਂ ਨੇ ਦੋਸ਼ੀ ਪਠਾਨ ਨੂੰ ਬ੍ਰਾਹਮਣ ਦੀ ਇਸਤਰੀ ਸਹਿਤ ਫੜ ਕੇ ਸਾਹਿਬ ਅਜੀਤ ਸਿੰਘ ਜੀ ਦੇ ਹਾਜ਼ਰ ਕਰ ਦਿੱਤਾ। ਸਿੰਘਾਂ ਨੇ ਉਹਨਾਂ ਨੂੰ ਆਨੰਦਪੁਰ ਸਾਹਿਬ ਲੈ ਆਂਦਾ। ਗੁਰੂ ਜੀ ਨੇ ਬ੍ਰਾਹਮਣ ਦੀ ਇਸਤਰੀ ਉਸ ਨੂੰ ਦੇ ਦਿੱਤੀ ਅਤੇ ਦੋਸ਼ੀ ਪਠਾਨ ਨੂੰ ਜ਼ਮੀਨ ਵਿੱਚ ਗੱਡ ਕੇ ਤੀਰਾਂ ਦੇ ਨਿਸ਼ਾਨੇ ਮਾਰ ਕੇ ਮਰਵਾ ਦਿੱਤਾ। ਅੱਗੇ ਤੋਂ ਇਸ ਤਰ੍ਹਾਂ ਕਿਸੇ ਪਠਾਨ ਦਾ ਪਰਾਈ ਇਸਤਰੀ ਖੋਹਣ ਦਾ ਹੌਸਲਾ ਨਾ ਪਿਆ। ਮੁੜ ਕੇ ਨਹੀਂ ਫਿਰ ਕਿਸੇ ਇਸਤਰੀ ਵੱਲ ਪਠਾਣਾ ਨੇ ਵੇਖਿਆ। ਗੁਰੂ ਜੀ ਦੇ ਸਿਰ ਸਿਦਕਾ, ਗੁਰੂ ਜੀ ਦੇ ਸਿਰ ਸਿਦਕਾ ਸਿੰਘਾਂ ਦਾ ਹੱਕ। ਇੱਕ ਦਿਨ ਗੁਰੂ ਜੀ ਨੇ ਘੋੜਿਆਂ ਦੇ ਸੇਵਾਦਾਰ ਨੂੰ ਕਿਹਾ ਕਿ ਜਿਹੜਾ ਘੋੜਾ ਕਪੂਰੇ ਚੌਧਰੀ ਨੇ ਭੇਜਿਆ ਹੈ ਉਸ ਨੂੰ ਤਿਆਰ ਕਰਕੇ ਲਿਆਓ। ਸੇਵਕ ਨੇ ਘੋੜਾ ਤਿਆਰ ਕਰਕੇ ਲੈ ਆਂਦਾ। ਆਪ ਜੀ ਉੱਠ ਕੇ ਰਕਾਬ ਵਿੱਚ ਪੈਰ ਰੱਖ ਕੇ ਪਲਾਕੀ ਮਾਰ ਕੇ ਚੜਨ ਲੱਗੇ, ਪਰ ਘੋੜੇ ਦੇ ਉਸਲ ਜਾਣ ਕਰਕੇ ਕਾਠੀ ਉੱਤੇ ਬੈਠ ਨਾ ਸਕੇ, ਜਿਸ ਕਰਕੇ ਆਪ ਜੀ ਦੀ ਸੱਜੀ ਬਾਂਹ ਮੋਢੇ ਨੂੰ ਕੁਝ ਫ੍ਰੈਕਚਰ ਆ ਗਈ ਔਰ ਬਾਂਹ ਨੂੰ ਰੁਮਾਲ ਬੰਨ ਕੇ ਆਪ ਜੀ ਘੋੜੇ ਉੱਤੇ ਸਵਾਰ ਹੋ ਗਏ ਅਤੇ ਉਸ ਨੂੰ ਚੰਗੀ ਤਰ੍ਹਾਂ ਨਚਾਇਆ ਟਪਾਇਆ ਤੇ ਦੜਾਇਆ, ਦੌੜ ਲਗਵਾਈ। ਉਪਰੰਤ ਜਦੋਂ ਆਪ ਜੀ ਵਾਪਸ ਆਣ ਕੇ ਘਰ ਮਾਤਾ ਜੀ ਪਾਸ ਮਹਿਲਾਂ ਵਿੱਚ ਗਏ ਤਾਂ ਮਾਤਾ ਜੀ ਨੇ ਆਪ ਜੀ ਦਾ ਮੋਢਾ ਬੱਧਾ ਹੋਇਆ ਵੇਖ ਕੇ ਪੁੱਛਿਆ ਕਿ ਇਹ ਬਾਂਹ ਕਿਉਂ ਬੰਨੀ ਹੋਈ ਹੈ। ਆਪ ਜੀ ਨੇ ਕਿਹਾ, ਅੱਜ ਇੱਕ ਘੋੜੇ ਉੱਤੇ ਚੜਨ ਲੱਗਿਆ ਬਾਂਹ ਨੂੰ ਝਟਕਾ ਜਿਹਾ ਲੱਗ ਗਿਆ ਸੀ। ਮਾਤਾ ਜੀ ਨੇ ਬਹੁਤ ਸਾਰਾ ਸਤਨਾਜਾ, ਲੋਹਾ ਤੇ ਆਦ ਤੇਲ ਮੰਗਵਾ ਕੇ ਗੁਰੂ ਜੀ ਦੇ ਸਿਰ ਨੂੰ ਸੁਹਾਣਾ ਬ੍ਰਾਹਮਣਾਂ ਨੂੰ ਦੇ ਦਿੱਤਾ ਕਿ ਕਿਸੇ ਦੀ ਨਜ਼ਰ ਨਾ ਲੱਗ ਜਾਏ। ਬ੍ਰਾਹਮਣ ਜਦ ਇਹ ਚੀਜ਼ਾਂ ਲੈ ਕੇ ਮੰਦਰ ਵਿੱਚੋਂ ਬਾਹਰ ਜਾ ਰਹੇ ਸਨ ਤਾਂ ਸੇਵਾਦਾਰਾਂ ਨੇ ਉਹਨਾਂ ਨੂੰ ਪੁੱਛਿਆ, ਇਹ ਕੀ ਲਈ ਜਾ ਰਹੇ ਹੋ? ਬ੍ਰਾਹਮਣਾਂ ਨੇ ਕਿਹਾ, ਇਹ ਗੁਰੂ ਜੀ ਦੇ ਸਿਰ ਉੱਪਰ ਦੀ ਵਾਰ ਕੇ ਮਾਤਾ ਜੀ ਨੇ ਦਿੱਤਾ ਹੈ। ਇਹ ਗੱਲ ਸੁਣ ਕੇ ਸਿੰਘਾਂ ਨੇ ਆਪਸ ਵਿੱਚ ਸਲਾਹ ਕਰਕੇ ਕਿਹਾ ਕਿ ਗੁਰੂ ਜੀ ਦੇ ਸਿਰ ਸਦਕੇ ਦਾ ਹੱਕਦਾਰ ਸਿੰਘ ਹਨ, ਬ੍ਰਾਹਮਣਾਂ ਦਾ ਇਸ ਉੱਤੇ ਹੱਕ ਨਹੀਂ ਹੈ। ਸਿੰਘਾਂ ਨੇ ਜਦ ਸਭ ਕੁਝ ਖੋਹ ਲਿਆ ਤਾਂ ਉਹ ਮਾਤਾ ਜੀ ਪਾਸ ਆ ਕੇ ਫਰਿਆਦ ਹੋਏ। ਮਾਤਾ ਜੀ ਨੇ ਸਿੰਘਾਂ ਦੀ ਇਸ ਕਾਰਵਾਈ ਉੱਤੇ ਬਹੁਤ ਗੁੱਸਾ ਕੀਤਾ ਅਤੇ ਗੁਰੂ ਜੀ ਨੂੰ ਆਖਿਆ ਕਿ ਪਹਿਰੇਦਾਰ ਸਿੰਘਾਂ ਨੇ ਬ੍ਰਾਹਮਣ ਨਾਲ ਲੜ ਕੇ ਉਹਨਾਂ ਤੋਂ ਤੁਹਾਡੇ ਸਿਰ ਸਦਕੇ ਦਾ ਦਿੱਤਾ ਹੋਇਆ ਦਾਨ ਖੋਹ ਲਿਆ। ਇਹ ਇਹਨਾਂ ਨੇ ਚੰਗਾ ਨਹੀਂ ਕੀਤਾ। ਬ੍ਰਾਹਮਣਾਂ ਪਾਸੋਂ ਸਾਰੀ ਗੱਲ ਸੁਣ ਕੇ ਸਤਿਗੁਰੂ ਜੀ ਨੇ ਮਾਤਾ ਜੀ ਨੂੰ ਕਿਹਾ ਕਿ ਹੋਰ ਜਿਹੜੀ ਦਾਨ ਦੀ ਚੀਜ਼ ਪਿੱਛੇ ਬਚੀ ਹੈ ਉਹ ਇਹਨਾਂ ਬ੍ਰਾਹਮਣਾਂ ਨੂੰ ਦੇ ਦਿਓ। ਫਿਰ ਪਹਿਰੇਦਾਰ ਸਿੰਘ ਪੁੱਛਣ ਲੱਗੇ ਤਾਂ ਕਹਿਣਾ ਕਿ ਇਹ ਗੁਰੂ ਜੀ ਦਾ ਸੰਕਲਪ ਕੀਤਾ ਹੋਇਆ ਦਾਨ ਹੈ। ਜਦ ਇਹ ਦਾਨ ਲੈ ਕੇ ਬ੍ਰਾਹਮਣ ਫੇਰ ਲੰਘਣ ਲੱਗੇ ਤਾਂ ਸਿੰਘਾਂ ਨੇ ਪੁੱਛਿਆ, ਇਹ ਕੀ ਹੈ?
ਬ੍ਰਾਹਮਣਾਂ ਨੇ ਕਿਹਾ, ਇਹ ਗੁਰੂ ਜੀ ਦਾ ਸੰਕਲਪ ਕੀਤਾ ਹੋਇਆ ਦਾਨ ਹੈ। ਸਿੰਘਾਂ ਨੇ ਕਿਹਾ, ਜਾਓ ਜਾਓ ਮਿਸਰ ਜੀ, ਚੰਗੀ ਗੱਲ ਹੈ, ਲੈ ਜਾਓ। ਉਪਰੰਤ ਸਿੰਘਾਂ ਨੇ ਜਿਹੜੀ ਬ੍ਰਾਹਮਣਾਂ ਤੋਂ ਪਹਿਲਾਂ ਸਮੱਗਰੀ ਖੋਈ ਸੀ, ਉਹਦਾ ਅੰਨ ਗੁਰੂ ਕੇ ਲੰਗਰਾਂ ਵਿੱਚ ਪਾ ਦਿੱਤਾ, ਸੋਨਾ ਆਦਿਕ ਵੇਚ ਦਿੱਤਾ ਅਤੇ ਉਸ ਦਾ ਘਿਓ ਖੰਡ ਆਟਾ ਲਿਆ ਕੇ ਕੜਾਹ ਪ੍ਰਸਾਦ ਦੀ ਦੇਗ ਤਿਆਰ ਕਰਕੇ ਸਭ ਸੰਗਤਾਂ ਨੂੰ ਗੁਰੂ ਜੀ ਦੇ ਸਿਰ ਸਦਕੇ ਦਾ ਪ੍ਰਸਾਦ ਛਕਾ ਕੇ ਬੜੀਆਂ ਆਨੰਦ ਹੋਈਆਂ। ਗੁਰੂ ਜੀ ਦਾ ਦਿਨ ਬੇ ਦਿਨ ਪ੍ਰਤਾਪ ਵੱਧਦਾ ਵੇਖ ਕੇ ਜਦ ਭੀਮ ਚੰਦ ਨੂੰ ਹੋਰ ਵਜ਼ੀਰ ਪੰਮੇ ਨੇ ਰਾਹੀ ਪਤਾ ਲੱਗਾ ਤਾਂ ਉਸਨੇ ਦੂਸਰੇ ਰਾਜਿਆਂ ਨੂੰ ਚਿੱਠੀਆਂ ਲਿਖੀਆਂ ਕਿ ਗੁਰੂ ਜੀ ਨੇ ਸਾਨੂੰ ਬਹੁਤ ਦੁਖੀ ਕੀਤਾ ਹੈ, ਆਓ ਇਕੱਠੇ ਹੋ ਕੇ ਇਹਨਾਂ ਨੂੰ ਅਨੰਦਪੁਰ ਤੋਂ ਬਾਹਰ ਕੱਢੀਏ। ਰਾਜੇ ਭੀਮ ਚੰਦ ਦੇ ਸੱਦੇ ਪੱਤਰ ਉੱਤੇ ਹੇਠਾਂ ਲਿਖੇ ਪਹਾੜੀ ਰਾਜੇ ਉਸ ਪਾਸ ਆਣ ਇਕੱਠੇ ਹੋਏ। ਪਹਿਲਾ ਰਾਜਾ ਭੂਪ ਚੰਦ ਹੰਡੂਰ ਦਾ ਰਾਜਾ ਸੀ, ਇਹ ਵੀ ਆ ਗਿਆ। ਰਾਜਾ ਝੰਬਲ ਵਜ਼ੀਰ ਸਿੰਘ ਫਤਿਹਪੁਰ ਵਾਲਾ, ਇਹ ਵੀ ਆ ਗਿਆ। ਔਰ ਤੀਸਰਾ ਰਾਜਾ ਦੇਵ ਸਰਨ ਨਾਹਣਪਤੀ ਅਤੇ ਮੀਣੇ ਅਤੇ ਰਾਣੇ ਆਦਿਕ ਭੀਮ ਚੰਦ ਨੇ ਸਾਰਿਆਂ ਨੂੰ ਸੰਬੋਧਨ ਕਰਕੇ ਆਖਿਆ ਕਿ ਤੁਸੀਂ ਆਪਣੇ ਭਵਿੱਖਤ ਤੇ ਝਾਤੀ ਮਾਰ ਕੇ ਵੇਖੋ, ਤੁਹਾਡੇ ਸਿਰ ਤੇ ਇੱਕ ਬਲਵਾਨ ਦੁਸ਼ਮਣ ਦੂਜ ਦੇ ਚੰਦ ਵਾਂਗੂ ਵੱਧਦਾ ਜਾ ਰਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਕਿਸੇ ਤੋਂ ਵੀ ਡਰਦਾ ਨਹੀਂ। ਸਾਡਾ ਦੇਸ਼ ਉਸਨੇ ਉਜਾੜ ਦਿੱਤਾ ਹੈ, ਸਾਡੀ ਕੋਈ ਪਰਵਾਹ ਨਹੀਂ ਕਰਦਾ। ਕਈ ਪਿੰਡ ਮੱਲ ਲਏ ਹਨ, ਕਈ ਵਾਰ ਲੜਾਈਆਂ ਕੀਤੀਆਂ ਹਨ, ਜਿਸ ਵਿੱਚ ਕੇਸਰੀ ਚੰਦ ਵਰਗੇ ਸਾਡੇ ਮੁਖੀ ਯੋਧੇ ਅਤੇ ਸੈਨਿਕ ਮਾਰੇ ਗਏ। ਜੇ ਹੁਣ ਚੁੱਪ ਕਰਕੇ ਟਾਲ ਕਰ ਛੱਡੀ ਤਾਂ ਉਹ ਸਾਡਾ ਸਾਰਾ ਦੇਸ਼ ਮੱਲ ਲੈਣਗੇ। ਏਦਾਂ ਕੋਈ ਉਪਾਅ ਸੋਚੋ। ਸਾਨੂੰ ਪਹਿਲਾਂ ਆਪਣੀ ਸੈਨਾ ਇਕੱਠੀ ਕਰਕੇ ਘਮਸਾਨ ਮਚਾਉਣਾ ਚਾਹੀਦਾ ਹੈ, ਕਿਉਂਕਿ ਬੈਰੀ ਸ਼ਕਤੀ ਤੋਂ ਬਿਨਾਂ ਕਾਬੂ ਨਹੀਂ ਆਉਂਦਾ। ਭੀਮ ਚੰਦ ਦੀ ਇਹ ਗੱਲ ਸੁਣ ਕੇ, ਤਕਰੀਰ ਸੁਣ ਕੇ ਸਭ ਨੇ ਆਖਿਆ, ਤੁਹਾਡਾ ਵਿਚਾਰ ਠੀਕ ਆ, ਹੁਣ ਹੋਰ ਚੁੱਪ ਰਹਿਣਾ ਸਾਡੇ ਵਾਸਤੇ ਚੰਗੀ ਗੱਲ ਨਹੀਂ ਹੋਵੇਗੀ। ਇਹ ਸਲਾਹ ਕਰਕੇ ਭੀਮ ਚੰਦ ਨੇ ਜੰਗ ਦੀ ਤਿਆਰੀ ਦਾ ਹੁਕਮ ਦੇ ਦਿੱਤਾ। ਗੋਲੀ ਸਿੱਕਾ ਅਤੇ ਸ਼ਸਤਰ ਆਦਿਕ ਤਿਆਰ ਕਰਕੇ ਸਤਿਗੁਰੂ ਜੀ ਨੂੰ ਲਿਖ ਕੇ ਭੇਜ ਦਿੱਤਾ ਕਿ ਹੁਣ ਤੱਕ ਅਸੀਂ ਸਬਰ ਕਰਕੇ ਟਲ ਰਹੇ ਹਾਂ। ਸਿੰਘ ਨੇਤਾ ਪ੍ਰਤੀ ਸਾਡੇ ਪਿੰਡਾਂ ਨੂੰ ਲੁੱਟ ਪੁੱਟ ਕੇ ਖੇਤੀਆਂ ਉਜਾੜ ਦਿੰਦੇ ਹਨ। ਤੁਸੀਂ ਇਸ ਗੱਲ ਤੋਂ ਟਲਦੇ ਨਹੀਂ। ਅਸੀਂ ਤੁਹਾਡੀਆਂ ਵਧੀਕੀਆਂ ਦੇਖਦੇ ਦੇਖਦੇ ਥੱਕ ਗਏ ਹਾਂ। ਹੁਣ ਲੋਹੇ ਤੇ ਲੋਹਾ ਖੜਕੇਗਾ, ਨਹੀਂ ਤਾਂ ਅਸੀਂ ਆਪਣੇ ਟਿਕਾਣੇ ਤੇ ਚੁੱਪ ਕਰਕੇ ਆਨੰਦ ਨਾਲ ਬੈਠੇ ਰਹੋ, ਸਾਡੇ ਰਾਜ ਵਿੱਚ ਪੈਰ ਨਾ ਪਾਓ। ਜਦੋਂ ਗੁਰੂ ਜੀ ਨੂੰ ਇਹ ਚਿੱਠੀ ਮਿਲੀ ਤਾਂ ਆਪ ਜੀ ਨੇ ਇਹਦਾ ਉੱਤਰ ਲਿਖਵਾਇਆ ਕਿ ਤੁਹਾਡੇ ਰਾਜ ਵਿੱਚ ਸ਼ਿਕਾਰ ਖੇਡਣ ਜਾਂਦੇ ਹਾਂ। ਉਸ ਵੇਲੇ ਜੋ ਕੋਈ ਸਿੰਘਾਂ ਨਾਲ ਅੜੇ ਤਾਂ ਫਿਰ ਉਸ ਨਾਲ ਸਿੰਘ ਲੜਦੇ ਹਨ। ਜਦ ਤੁਸੀਂ ਨਾਹਿਕ ਜੰਗ ਕਰਨ ਦੀਆਂ ਤਿਆਰੀਆਂ ਕਰ ਰਹੇ ਹੋ ਤਾਂ ਅਸੀਂ ਡਰ ਕੇ ਘਰ ਨਹੀਂ ਬੈਠਾਂਗੇ। ਜੇ ਤੁਸੀਂ ਲੜਨਾ ਚਾਹੋ ਤਾਂ ਖਾਲਸਾ ਲੜਨ ਨੂੰ ਤਿਆਰ ਹੈ। ਆਉਣਾ ਚਾਹੁੰਦੇ ਹੋ
ਤਾਂ ਆ ਜਾਵੋ ਮਹਾਰਾਜ ਜੀ ਕਹਿੰਦੇ ਹਨ। ਜਦ ਗੁਰੂ ਜੀ ਵੱਲੋਂ ਇਹ ਉੱਤਰ ਲਿਖਿਆ ਹੋਇਆ ਗਿਆ ਤਾਂ ਪਹਾੜੀ ਰਾਜਿਆਂ ਨੇ ਜੰਗ ਦੀ ਤਿਆਰੀ ਦੇ ਨਗਾਰੇ ਵਜਾ ਦਿੱਤੇ। 10,000 ਫੌਜ ਲੈ ਕੇ ਅਨੰਦਪੁਰ ਸਾਹਿਬ ਉੱਤੇ ਚੜ੍ਹਾਈ ਕਰ ਦਿੱਤੀ। ਜਦੋਂ ਸਤਿਗੁਰੂ ਜੀ ਨੂੰ ਇਹਦੀ ਖਬਰ ਪਹੁੰਚੀ ਤਾਂ ਆਪ ਜੀ ਨੇ ਵੀ ਰਣਜੀਤ ਨਗਾਰਾ ਵਜਾ ਕੇ ਚੋਟ ਮਰਵਾ ਦਿੱਤੀ। ਸਭ ਖਾਲਸਾ ਜੰਗ ਨੂੰ ਤਿਆਰ ਕਰਕੇ ਗੁਰੂ ਜੀ ਆਪ ਘੋੜੇ ਉੱਤੇ ਸਵਾਰ ਹੋ ਕੇ ਦੁਸ਼ਮਣ ਦਾ ਟਾਕਰਾ ਕਰਨ ਵਾਸਤੇ ਚੜ੍ਹ ਪਏ ਅਤੇ ਅਨੰਦਪੁਰ ਤੋਂ ਦੂਰ ਅੱਗੇ ਹੋ ਕੇ ਪਹਾੜੀਆਂ ਦਾ ਅੱਗਾ ਜਾ ਰੋਕਿਆ। ਪਹਾੜੀਆਂ ਨਾਲ ਜੰਗ ਗੁਰਮੁਖ ਪਿਆਰੇ, ਇੱਥੇ ਸਤਿਗੁਰੂ ਜੀ ਨੇ ਫਿਰ ਚੰਗੀ ਤਰ੍ਹਾਂ ਜੰਗ ਕੀਤਾ ਔਰ ਫਿਰ ਪਹਾੜੀਆਂ ਨੇ ਬਾਦਸ਼ਾਹ ਪਾਸੋਂ ਮਦਦ ਮੰਗਣੀ। ਭੀਮ ਚੰਦ ਆਦਿਕ ਪਹਾੜੀ ਰਾਜੇ ਆਪਣਾ ਬਹੁਤ ਸਾਰਾ ਜਾਨੀ ਮਾਲੀ ਨੁਕਸਾਨ ਕਰਵਾ ਕੇ ਬੜਾ ਪਛਤਾਵਾ ਕਰਨ ਲੱਗੇ। ਹੁਣ ਪਹਾੜੀ ਰਾਜੇ ਸਾਰੇ ਪਛਤਾਰੇ ਨੇ। ਜਦੋਂ ਚੰਗੀ ਤਰ੍ਹਾਂ ਸਿੰਘਾਂ ਨੇ ਮਹਾਰਾਜ ਜੀ ਨੇ ਸੁਧੇ ਅਤੇ ਹੁਣ ਭੀਮ ਚੰਦ ਆਦਿਕ ਪਹਾੜੀ ਰਾਜੇ ਬਹੁਤ ਸਾਰਾ ਜਾਨੀ ਮਾਲੀ ਨੁਕਸਾਨ ਕਰਵਾ ਕੇ ਬੜਾ ਪਛਤਾਵਾ ਕਰਨ ਲੱਗੇ। ਉਪਰੰਤ ਸਲਾਹ ਕਰਕੇ ਬਹੁਤ ਧਨ ਤੇ ਕੀਮਤੀ ਤੋਹਫੇ ਦੇ ਕੇ ਆਪਣੇ ਮੰਤਰੀ ਨੂੰ ਦਿੱਲੀ ਬਾਦਸ਼ਾਹ ਸੂਬੇ ਪਾਸ ਭੇਜ ਕੇ ਬੇਨਤੀ ਕੀਤੀ ਕਿ ਅਸੀਂ ਤੁਹਾਡੀ ਪ੍ਰਜਾ ਹਾਂ, ਸਾਡੀ ਰੱਖਿਆ ਵਾਸਤੇ ਤੁਸੀਂ ਆਪਣੀ ਫੌਜ ਭੇਜ ਕੇ ਗੁਰੂ ਜੀ ਤੋਂ ਸਾਨੂੰ ਬਚਾਓ, ਅਸੀਂ ਇਹਨਾਂ ਤੋਂ ਬਹੁਤ ਤੰਗ ਹਾਂ। ਇੱਕ ਦਿਨ ਗੁਰੂ ਜੀ ਦੇ ਦੀਵਾਨ ਵਿੱਚ ਬਹੁਤ ਸਿੰਘ ਬੈਠੇ ਸਨ। ਗਹਿਮਾ ਸਜ ਰਹੀ ਸੀ। ਇੱਕ ਵੀਰ ਸਿੰਘ ਜਸਪਾਲੀ ਅਤੇ ਮਦਨ ਸਿੰਘ ਰਾਜਪੂਤ ਨੇ ਆਣ ਕੇ ਆਪ ਜੀ ਅੱਗੇ ਭੇਟਾ ਰੱਖ ਕੇ ਮੱਥਾ ਟੇਕਿਆ ਅਤੇ ਦੀਵਾਨ ਵਿੱਚ ਬੈਠ ਗਏ ਇੱਕ ਸਿੱਖ ਸਾਮ ਸਿੰਘ ਨੇ ਗੁਰੂ ਜੀ ਨੂੰ ਪੁੱਛਿਆ, ਸਤਿਗੁਰੂ ਜੀਓ, ਹਿੰਦੂ ਅਤੇ ਤੁਰਕ ਦੇਸ਼ ਵਿੱਚ ਬਹੁਤ ਹਨ, ਖਾਲਸਾ ਪੰਥ ਉਹਨਾਂ ਦੇ ਮੁਕਾਬਲੇ ਤੇ ਆਟੇ ਵਿੱਚ ਲੂਣ ਵਾਂਗੂ ਹੈ। ਇਹ ਰਾਜ ਕਿਸ ਤਰ੍ਹਾਂ ਕਰ ਸਕਦਾ ਹੈ? ਇਹ ਵਰਤਾਰਾ ਕਿਸ ਤਰ੍ਹਾਂ ਵਰਤੇਗਾ? ਸਤਿਗੁਰੂ ਜੀ ਨੇ ਫਰਮਾਇਆ, ਸਿੱਖੋ, ਜੋ ਜਗਤ ਵਿੱਚ ਵਰਤਾਰਾ ਵਰਤੇਗਾ ਉਸ ਨੂੰ ਧਿਆਨ ਦੇ ਨਾਲ ਸੁਣ ਲਵੋ। ਮਹਾਰਾਜ ਜੀ ਕਹਿੰਦੇ, ਜੋ ਜਗਤ ਵਿੱਚ ਵਰਤਾਰਾ ਵਰਤੇਗਾ ਉਸ ਨੂੰ ਮਹਾਰਾਜ ਜੀ ਕਹਿੰਦੇ ਧਿਆਨ ਦੇ ਨਾਲ ਸੁਣ ਲਵੋ। ਮੇਰਾ ਖਾਲਸਾ ਖਾਵੇਗਾ, ਖਰਚੇਗਾ ਤੇ ਲਾਲ ਰਤਨ ਲਵੇਗਾ, ਯੁੱਧ ਵਿੱਚ ਅੱਗੇ ਵਧੇਗਾ, ਭਾਵ ਜਿੱਤਾਂ ਪ੍ਰਾਪਤ ਕਰੇਗਾ। ਸਮੁੰਦਰ ਤੱਕ ਦੀ ਸਾਰੀ ਲక్ష్ਮੀ ਇਕੱਠੀ ਕਰਕੇ ਲਿਆਵੇਗਾ, ਯੁੱਧਾਂ ਜੰਗਾਂ ਵਿੱਚ ਡਟ ਕੇ ਲੜੇਗਾ ਅਤੇ ਲੋਕਾਂ ਨੂੰ ਦੁੱਖਾਂ ਤੋਂ ਬਚਾਏਗਾ। ਖਾਨਾ ਤੁਰਕਾਂ ਨੂੰ ਖਾਏਗਾ, ਲਸ਼ਕਰਾਂ ਉੱਤੇ ਬਾਜ ਵਾਂਗੂ ਪਵੇਗਾ, ਸਾਤਰਾਂ ਦਾ ਟਾਕਰਾ ਕਰੇਗਾ। ਇਸ ਤਰ੍ਹਾਂ ਖਾਲਸਾ ਐਸੇ ਦਬਾਅ ਪਾਵੇਗਾ ਕਿ ਜਿਵੇਂ ਮਹਾਭਾਰਤ ਦਾ ਯੁੱਧ ਹੋ ਰਿਹਾ ਹੈ। ਖਾਲਸਾ ਜੋਗ ਭੋਗ ਤੇ ਵੀਰ ਰਸ ਤਿੰਨਾਂ ਦਾ ਮੇਲ ਕਰੇਗਾ। ਖਾਲਸਾ ਪੰਜ ਦਰਿਆਵਾਂ ਦੇ ਦੇਸ਼ ਪੰਜਾਬ ਜੀਂਦ ਤੋਂ ਪਸੌਰ ਤੱਕ ਸਿੰਧ ਦੇ ਲੋਕ ਤੇ ਰਾਜ ਕਰੇਗਾ। ਤੁਰਕਾਂ ਵਾਲੇ ਰੰਗ ਢੰਗ ਮਿਟ ਜਾਣਗੇ ਤੇ ਨਵੀਨ ਰੰਗ ਢੰਗ ਦੇ ਖਾਲਸੇ ਦਾ ਪ੍ਰਤਾਪ ਫੈਲੇਗਾ। ਮੈਂ ਤਾਂ ਜੋਤੀ ਜੋਤ ਸਮਾ ਜਾਵਾਂਗਾ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਮੈਂ ਤਾਂ ਜੋਤੀ ਜੋਤ ਸਮਾ ਜਾਵਾਂਗਾ ਪਰ ਖਾਲਸੇ ਨੂੰ ਲੋਹੇ ਦੀ ਸਾਪ ਲਾ ਜਾਵਾਂਗਾ।
ਜਿਹਦੀ ਸ਼ਕਤੀ ਨਾਲ ਖਾਲਸਾ ਸਭ ਕੁਝ ਕਰੇਗਾ। ਖਾਲਸਾ ਗੁਰੂ ਕਾ ਹੈ ਅਤੇ ਗੁਰੂ ਖਾਲਸੇ ਕਾ ਹੋਵੇਗਾ। ਉਪਰੰਤ ਸਿੰਘਾਂ ਨੇ ਪੁੱਛਿਆ, ਗੁਰੂ ਜੀ ਫਿਰ ਤੁਹਾਡੇ ਦਰਸ਼ਨ ਕਦੋਂ ਹੋਣਗੇ ਕਿ ਨਹੀਂ ਹੋਣਗੇ? ਗੁਰੂ ਜੀ ਬੋਲੇ, ਮੈਂ ਖਾਲਸੇ ਦਾ ਰੂਪ ਧਾਰਨ ਕਰਕੇ ਸਭ ਵਿੱਚ ਵਰਤਾਂਗਾ। ਆਖੋ ਸਤਨਾਮ। ਮੇਰੇ ਦਰਸ਼ਨ ਨਿਤ ਖਾਲਸੇ ਵਿੱਚ ਹੋਣਗੇ। ਮਹਾਰਾਜ ਜੀ ਕਹਿੰਦੇ ਜਿਹੜਾ ਖਾਲਸਾ ਹੋਊਗਾ ਨਾ, ਖਾਲਸਾ ਕਿਹਨੂੰ ਕਿਹਾ? ਖਾਲਸਾ ਗੁਰਮੁਖ ਪਿਆਰਿਓ ਕੱਲਾ ਇਹ ਨਹੀਂ ਵੀ ਦਾੜੀ ਕੇਸ ਰੱਖ ਲੈ, ਕਿਰਪਾਨ ਪਾ ਲਈ ਉੱਪਰ ਦੀ, ਇਹ ਕੱਲਾ ਖਾਲਸਾ ਨਹੀਂ ਬਣ ਗਿਆ। ਖਾਲਸਾ ਉਹ ਹੋਵੇਗਾ ਜਿਹਦੇ ਵਿੱਚ ਸਾਰੇ ਗੁਣ ਹੋਣਗੇ। ਪੰਜਾਂ ਕਕਾਰਾਂ ਦਾ ਧਾਰਨੀ ਵੀ ਹੋਵੇਗਾ ਤੇ ਪੰਜਾਂ ਬਾਣੀਆਂ ਦਾ ਨਿਤਨੇਮੀ ਵੀ ਹੋਵੇਗਾ ਤੇ ਸੇਵਾ ਸਿਮਰਨ ਕਰਨ ਵਾਲਾ ਵੀ ਹੋਵੇਗਾ ਤੇ ਸਭ ਨੂੰ ਸਤਿਕਾਰ ਵੀ ਦੇਵੇਗਾ, ਸਭ ਦਾ ਸਤਿਕਾਰ ਵੀ ਕਰੇਗਾ ਤੇ ਹਰ ਪੱਖ ਤੋਂ ਪੂਰਾ ਹੋਵੇਗਾ, ਕੋਈ ਘਾਟ ਨਹੀਂ ਹੋਵੇਗੀ। ਉਹਨੂੰ ਕਹਿੰਦੇ ਨੇ ਖਾਲਸਾ। ਆਖੋ ਸਤਨਾਮ। ਜਿਵੇਂ ਆਪਾਂ ਦੇਸੀ ਘਿਓ ਘਰੇ ਤਿਆਰ ਕਰਦੇ ਆ ਨਾ, ਆਪਾਂ ਕਹਿੰਦੇ ਜੀ ਦੇਸੀ ਘਿਓ ਐਨ ਪਿਓਰ ਆ, ਵਧੀਆ, ਇਹ 'ਚ ਕੋਈ ਮਿਲਾਵਟ ਨਹੀਂ ਹੈ। ਇਸੇ ਤਰ੍ਹਾਂ ਖਾਲਸਾ ਜਿਹੜਾ ਉਹ ਪਿਓਰ ਆ, ਉਹਦੇ ਵਿੱਚ ਵੀ ਕੋਈ ਮਿਲਾਵਟ ਨਹੀਂ ਹੁੰਦੀ। ਉਹ ਖਾਲਸਾ ਫਿਰ ਥਾਂ ਥਾਂ ਤੇ ਮੱਥੇ ਨਹੀਂ ਟੇਕੇਗਾ। ਤਾਂ ਗੁਰਮੁਖ ਪਿਆਰੇ ਉਹਨੂੰ ਮਹਾਰਾਜ ਜੀ ਨੇ ਖਾਲਸਾ ਕਿਹਾ। ਮਹਾਰਾਜ ਜੀ ਕਹਿੰਦੇ ਬਾਣਾ ਬਾਣੀ ਦਾ ਧਾਰਨੀ ਹੋਵੇਗਾ, ਉਹਦੇ ਵਿੱਚੋਂ ਮੇਰੇ ਦਰਸ਼ਨ ਹੋਇਆ ਕਰਨਗੇ। ਆਖੋ ਸਤਨਾਮ। ਰੋਜ਼ ਨਿਤ ਦਰਸ਼ਨ ਕਰੋਗੇ ਖਾਲਸੇ ਦੇ ਤਾਂ ਉਹਦੇ ਵਿੱਚੋਂ ਹੀ ਮੇਰੇ ਦਰਸ਼ਨ ਹੋ ਜਾਇਆ ਕਰਨਗੇ। ਇਹ ਮਹਾਰਾਜ ਜੀ ਨੇ ਬਚਨ ਕੀਤੇ। ਫਿਰ ਸਾਮ ਸਿੰਘ ਨੇ ਪੁੱਛਿਆ, ਸਤਿਗੁਰੂ ਜੀਓ ਖਾਲਸੇ ਦਾ ਭਾਵ ਅਰਥ ਕੀ ਹੈ? ਖਾਲਸੇ ਦਾ ਭਾਵ ਅਰਥ ਕੀ ਹੈ? ਸਤਿਗੁਰੂ ਜੀ ਨੇ ਫਰਮਾਇਆ, ਜੋ ਅਕਾਲ ਪੁਰਖ ਦੀ ਟੇਕ ਰੱਖੇ, ਹੋਰ ਕਿਸੇ ਦੀ ਮੰਨਤਾ ਨਾ ਮੰਨੇ। ਮਹਾਰਾਜ ਜੀ ਕਹਿੰਦੇ ਉਹੀ ਖਾਲਸਾ ਹੈ। ਖਾਲਸਾ ਉਹ ਹੈ ਜੋ ਕਿਸੇ ਪਾਸੋਂ ਦਾਨ ਨਾ ਲਵੇ, ਹਿੰਦੂ ਤੇ ਤੁਰਕ ਦੀ ਈਨ ਨਾ ਮੰਨੇ। ਸਾਮ ਸਿੰਘ ਨੇ ਫੇਰ ਪ੍ਰਸ਼ਨ ਕੀਤਾ, ਸੱਚੇ ਪਾਤਸ਼ਾਹ ਖਾਲਸੇ ਨੂੰ ਕਿਹੜੇ ਕੰਮ ਕਰਨੇ, ਕਿਹੜੇ ਕੰਮ? ਜੈਸਾ ਕਿ ਤੀਰਥ, ਜਪ ਤਪ, ਸਰਾਧ ਆਦ, ਦਾਨ ਆਦਿਕ ਕਰਨੇ ਚਾਹੀਦੇ ਹਨ ਤੇ ਕਿਹੜੇ ਨਹੀਂ ਕਰਨੇ ਚਾਹੀਦੇ? ਸਤਿਗੁਰੂ ਜੀ ਬੋਲੇ, ਭਾਈ ਇੱਕ ਅਕਾਲ ਪੁਰਖ ਉੱਤੇ ਭਰੋਸਾ ਰੱਖ ਕੇ ਨਾਮ ਜਪੇ, ਇਹਦੇ ਵਿੱਚ ਸਾਰੇ ਹੀ ਜਪ ਤਪ ਤੀਰਥ ਇਸ਼ਨਾਨ ਹਨ। ਪ੍ਰਭੂ ਅੱਗੇ ਸਿੱਖ ਦੀ ਅਰਦਾਸ ਹੀ ਇਸ ਦੀ ਵਰਤ ਤੇ ਪੂਜਾ ਹੈ। ਖਾਲਸਾ ਮੜੀ ਮਸਾਣੀ ਗੌਰ ਨੂੰ ਨਾ ਮੰਨੇ, ਭੀਖੀ ਨੂੰ ਦਾਨ ਨਾ ਦੇਵੇ, ਜਣੇ ਖਣੇ ਦਾ ਭੋਜਨ ਨਾ ਖਾਵੇ। ਜੋ ਮੇਰਾ ਸਿੱਖ ਤੀਰਥਾਂ ਤੇ ਜਾਵੇ, ਜਾਂ ਅਤਿਥੀਆਂ ਭੋਜਨ ਆਦਿ ਦਾਨ ਦੇਣਾ ਚਾਹੇ ਅਥਵਾ ਗੁਰਪੁਰਬਾਂ ਉੱਤੇ ਕੁਝ ਦਾਨ ਕਰਨਾ ਚਾਹੇ, ਉਹ ਆਪਣਾ ਦਾਨ ਗੁਰੂ ਸਾਹਿਬਾਂ ਉੱਤੇ ਸਰਧਾ ਰੱਖਣ ਵਾਲਿਆਂ ਨੂੰ ਤਥਾ ਗੁਰੂ ਅਸਥਾਨਾਂ ਉੱਤੇ ਦੇਵੇ। ਮੇਰਾ ਸਿੱਖ ਆਪਣੀ ਲੜਕੀ ਸਿੱਖ ਨੂੰ ਹੀ ਦੇਵੇ, ਉਹਦਾ ਕੋਈ ਪੈਸਾ ਨਾ ਲਵੇ। ਮਹਾਰਾਜ ਜੀ ਕਹਿੰਦੇ ਮੇਰਾ ਸਿੱਖ ਆਪਣੀ ਲੜਕੀ ਸਿੱਖ ਨੂੰ ਹੀ ਦੇਵੇ, ਉਹਦਾ ਕੋਈ ਪੈਸਾ ਨਾ ਖਾਵੇ। ਅੱਜ ਗੱਲਾਂ ਸਾਰੀਆਂ ਉਲਟ ਹੋ ਗਈਆਂ। ਮਹਾਰਾਜ ਜੀ ਤੋਂ ਜੋ ਬਚਨ ਸਤਿਗੁਰੂ ਨੇ ਸਾਨੂੰ ਕਹੇ ਆ, ਉਹ ਤੇ ਗੱਲਾਂ ਸਾਰੀਆਂ ਅੱਜ ਉਲਟ ਹੋ ਗਈਆਂ। ਲੜਕੀ ਦਾ ਅੰਮ੍ਰਿਤ ਛਕਿਆ ਹੁੰਦਾ, ਲੜਕਾ ਕਿਹੋ ਜਿਹਾ ਲੱਭਦੇ ਆ? ਕਲੀਮ ਸੇਪ। ਕੀ ਦੇਖਦੇ ਆ? ਵੀ ਬਸ ਜ਼ਮੀਨ ਹੈਗੀ ਆ ਜੀ ਕੱਲੀ, ਜੇ ਬੰਦਾ ਬਾਹਰ ਗਿਆ ਹੋਇਆ ਪਰ ਗੁਰੂ ਦੀ ਰਹਿਤ ਮਰਿਆਦਾ ਕੋਈ ਖਿਆਲ ਨਹੀਂ ਉਹਦਾ ਵੀ ਲੜਕੀ ਅੰਮ੍ਰਿਤਧਾਰੀ ਆ ਤੇ ਅਸੀਂ ਪਰਿਵਾਰ ਕੈਸਾ ਦੇਖਦੇ ਆ।
ਫਿਰ ਇਸ ਤਰ੍ਹਾਂ ਦੇ ਗੁਰਮੁਖ ਪਿਆਰਿਓ ਰਿਸ਼ਤਾ ਬਹੁਤਾ ਚਿਰ ਨਹੀਂ ਨਿਭਦੇ। ਆਖੋ ਸਤਿਨਾਮ। ਅੱਗੇ ਮਹਾਰਾਜ ਜੀ ਕਹਿੰਦੇ, ਮੇਰਾ ਸਿੱਖ ਜਪਜੀ ਸਾਹਿਬ, ਜਾਪ ਸਾਹਿਬ, ਤਾ ਪ੍ਰਸਾਦ ਸਵਈਏ, ਚੌਪੀ ਸਾਹਿਬ, ਆਨੰਦ ਸਾਹਿਬ ਅਤੇ ਸ਼ਬਦ ਕੀਰਤਨ ਆਰਤੀ ਨਿਤ ਕਰੇ। ਸਿੱਖ ਅਤੇ ਸਿੱਖਣੀ ਇਸਤਰੀ ਪੁਰਸ਼ ਮਿਲ ਕੇ ਘਰ ਵਿੱਚ ਗੁਰਮਤਿ ਦੀ ਚਰਚਾ ਕਰਨ ਅਤੇ ਆਪਣੇ ਬੱਚਿਆਂ ਨੂੰ ਬਾਣੀ ਦਾ ਪਾਠ ਤੇ ਭਜਨ ਕਰਨਾ ਸਿਖਾਉਣ। ਕਰਦੇ ਹਾਂ ਗੱਲਾਂ ਆਪਾਂ ਕਿਤੇ ਇਹ ਗੁਰਬਾਣੀ ਦੀ ਘਰ ਵਿੱਚ ਚਰਚਾ ਦਾ ਕੀ ਹੋਣੀ ਆ, ਲੜਾਈ ਪੜਾਈ ਜ਼ਰੂਰ ਹੋ ਜਾਂਦੀ ਆ। ਆਖੋ ਸਤਿਨਾਮ। ਮਹਾਰਾਜ ਜੀ ਕਹਿੰਦੇ ਗੁਰਮਤਿ ਦੀ ਚਰਚਾ ਸਿੰਘ ਤੇ ਸਿੰਘਣੀ ਬੈਠ ਕੇ ਆਪਣੇ ਘਰ ਦੇ ਵਿੱਚ ਕਰਨ। ਪਹਿਲੀ ਗੱਲ ਤਾਂ ਸਿੰਘ ਸਿੰਘਣੀ ਬਣਨ ਨੂੰ ਤਿਆਰ ਨਹੀਂ ਹਾਂ, ਸਿੰਘ ਸਿੰਘਣੀ ਬਣਨ ਨੂੰ ਤਿਆਰ ਨਹੀਂ ਹਾਂ। ਮਹਾਰਾਜ ਜੀ ਦੇ ਵਚਨਾਂ ਤੋਂ ਸਾਰੀ ਆਪਾਂ ਉਲਟ ਚੱਲ ਰਹੇ ਹਾਂ। ਮਹਾਰਾਜ ਜੀ ਕਹਿੰਦੇ ਘਰ ਦੇ ਵਿੱਚ ਮਿਲ ਕੇ ਦੋਵੇਂ ਜਣੇ ਬੈਠ ਕੇ ਗੁਰਬਾਣੀ ਦੀ ਚਰਚਾ ਕਰਨ ਅਤੇ ਆਪਣੇ ਬੱਚਿਆਂ ਨੂੰ ਬਾਣੀ ਪਾਠ ਦਾ ਭਜਨ ਕਰਨਾ ਸਿਖਾਉਣ। ਮਹਾਰਾਜ ਜੀ ਕਹਿੰਦੇ ਫਿਰ ਜੋ ਮੇਰਾ ਸਿੱਖ ਗੁਰੂ ਗ੍ਰੰਥ ਦੀ ਪੂਜਾ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਪ੍ਰਚਾਰ ਕਰਦਾ ਹੈ, ਉਹੀ ਹੀ ਮੇਰਾ ਸਿੱਖ ਹੈ। ਧਨ ਵੰਡ ਕੇ ਖਾਂਦਾ, ਲੰਗਰ ਲਾਉਂਦਾ, ਅਤਿਥੀ ਸਿੱਖਾਂ ਨੂੰ ਦਿੰਦਾ। ਮਹਾਰਾਜ ਜੀ ਕਹਿੰਦੇ ਮੇਰਾ ਉਹੀ ਸੱਚਾ ਸਿੱਖ ਹੈ। ਤਾਂ ਗੁਰਮੁਖ ਪਿਆਰਿਓ, ਸਤਿਗੁਰੂ ਮਹਾਰਾਜ ਜੀ ਨੇ ਇਹ ਦੱਸਿਆ ਵੀ ਭਾਈ ਇਹੋ ਜਿਹਾ ਮੇਰਾ ਖਾਲਸਾ ਹੈ, ਇਹੋ ਜਿਹੇ ਖਾਲਸੇ ਦੇ ਵਿੱਚ ਫਿਰ ਮੇਰਾ ਨਿਵਾਸ ਹੈ। ਉਧਰ ਪਹਾੜੀ ਰਾਜਿਆਂ ਨੇ ਆਪਣੇ ਮੰਤਰੀ ਦਿੱਲੀ ਭੇਜੇ ਸਨ। ਉਹ ਝੂਠ ਸੱਚ ਬੋਲ ਕੇ 1.25 ਲੱਖ ਤੁਰਕ ਸੈਨਾ ਲੈ ਕੇ ਆਏ। ਦਿੱਲੀ ਦੇ ਨਾਲ ਪੁਰਾਣੇ ਸਮਿਆਂ ਤੋਂ ਸਿੰਘਾਂ ਦਾ ਵੈਰ ਹੈ। ਦਿੱਲੀ ਦੇ ਨਾਲ ਪੁਰਾਣੇ ਸਮਿਆਂ ਤੋਂ, ਪੁਰਾਤਨ ਸਮਿਆਂ ਤੋਂ ਹੀ ਸਿੰਘਾਂ ਦਾ ਵੈਰ ਆ, ਕਿਉਂਕਿ ਧੱਕਾ ਪਹਿਲਾਂ ਤੋਂ ਹੀ ਕਰਦੇ ਰਹੇ ਨੇ। ਫਿਰ ਗੁਰਮੁਖ ਪਿਆਰਿਓ ਸਿੰਘ ਇਹਨਾਂ ਨੂੰ ਸੋਧ ਦੇ ਰਹੇ ਨੇ ਤੇ ਜਿੱਤ ਪ੍ਰਾਪਤ ਕਰਦੇ ਨੇ। ਅੱਜ ਵੀ ਇਹੀ ਚੀਜ਼, ਅੱਜ ਵੀ ਜਿੱਤ ਪ੍ਰਾਪਤ ਹੁੰਦੀ ਹੈ। ਦੇਖੋ ਦਿੱਲੀ ਦੇ ਉੱਤੇ ਕਿੰਨੇ ਚਿਰ ਧਰਨਾ ਲੱਗਿਆ ਹੋਇਆ, ਜਿੱਤ ਪ੍ਰਾਪਤ ਹੋਈ। 3 ਕਾਲੇ ਕਾਨੂੰਨ ਜਿਹੜੇ ਸਭ ਕੁਝ ਖਤਮ ਕਰਨ ਵਾਲੇ ਸੀ। ਪਤੀ ਪੂੰਜੀਆਂ ਨੂੰ ਇਹਨਾਂ ਨੇ ਸਭ ਜ਼ਮੀਨਾਂ ਸੌਂਪ ਦੇਣੀਆਂ ਸੀ ਜੇ ਨਾ ਇਕੱਠੇ ਹੋ ਕੇ ਦਿੱਲੀ ਦੇ ਉੱਤੇ ਧਰਨਾ ਲੱਗਦਾ। ਤਾਂ ਗੁਰਮੁਖ ਪਿਆਰਿਓ ਹੁਣ ਦੇਖ ਲਓ, ਹੁਣ ਬੰਦੀ ਸਿੰਘਾਂ ਦੀ ਰਿਹਾਈ, ਜੇਲਾਂ ਪੂਰੀਆਂ ਕਰਕੇ, ਕੈਦਾਂ ਪੂਰੀਆਂ ਕਰਕੇ ਦੁੱਗਣਾ ਸਮਾਂ ਹੋ ਗਿਆ, ਉਹਨਾਂ ਨੂੰ ਇੱਕ ਵਾਰੀ ਵੀ ਰਿਹਾ ਨਹੀਂ ਕੀਤਾ। ਸਰਸੇਲਾ ਦੇਖ ਲਓ, ਕਿੱਡੇ ਕਾਂਡ ਕੀਤੇ, ਕਿੰਨਾ ਕੁਛ ਕੀਤਾ, ਸਾਰੇ ਦੁਨੀਆ ਦੇ ਸਾਹਮਣੇ ਆ। ਸੀਬੀਆਈ ਜਾਂਚ ਹੋਈ, ਉਹਨੂੰ 2 ਵਾਰੀ ਪਰੌਲ ਦੇ ਦਿੱਤੀ, ਪਰ ਗੁਰਮੁਖ ਪਿਆਰਿਓ ਸਿੰਘ ਉੱਥੇ ਦੇ ਉੱਥੇ ਬੈਠੇ। ਧਰਨਾ ਲੱਗਿਆ ਹੋਇਆ ਨਾ ਚੰਡੀਗੜ੍ਹ ਵਿੱਚ, ਦਿੱਲੀ ਦਾ ਰੂਪ ਧਾਰਨ ਕਰ ਗਿਆ ਧਰਨਾ ਜਿਹੜਾ ਚੰਡੀਗੜ੍ਹ ਦੇ ਵਿੱਚ ਲੱਗਿਆ। ਦਿੱਲੀ ਦਾ ਲੱਖਾਂ ਹੀ ਸਿੰਘ ਸਿੰਘਣੀਆਂ, ਨੌਜਵਾਨ ਸਾਰੀ ਚੰਡੀਗੜ੍ਹ ਦੀ ਧਰਤੀ ਦੇ ਉੱਤੇ ਇਉਂ ਛਾ ਗਏ ਜਿਵੇਂ ਦਿੱਲੀ ਤੱਕ ਨਾ ਕਿੰਨੀ ਦੂਰ ਤੱਕ ਲੰਗਰ ਲੱਗੇ ਹੋਏ, ਟਰਾਲੀਆਂ ਦੇ ਵਿੱਚ ਸਾਰੇ ਉਹੀ ਚੀਜ਼। ਚੰਡੀਗੜ੍ਹ ਅੰਬ ਸਾਹਿਬ ਗੁਰਦੁਆਰੇ ਦੇ ਨੇੜੇ ਹੀ ਧਰਨਾ ਲੱਗਿਆ ਹੋਇਆ। ਆਖੋ ਸਤਿਨਾਮ। ਵੀ ਜਿੰਨਾ ਚਿਰ ਬੰਦੀ ਸਿੰਘ ਨਹੀਂ ਛੱਡਦੇ ਉਨਾ ਚਿਰ ਅਸੀਂ ਇੱਥੋਂ ਉੱਠ ਕੇ ਨਹੀਂ ਜਾਵਾਂਗੇ। ਆਖੋ ਸਤਿਨਾਮ। ਸੋ ਗੁਰਮੁਖ ਪਿਆਰਿਓ, ਸਦਾ ਹੀ ਪਹਿਲਾਂ ਤੋਂ ਲੈ ਕੇ ਪੁਰਾਤਨ ਸਮੇਂ ਤੋਂ ਲੈ ਕੇ ਹੁਣ ਤੱਕ ਜਿਹੜੀ ਦਿੱਲੀ ਦੀਆਂ ਹਕੂਮਤਾਂ ਨੇ ਨਾ,
ਉਹਨਾਂ ਦੇ ਨਾਲ ਪਹਿਲਾਂ ਤੋਂ ਹੀ ਹੁਣ ਤੱਕ ਸਿੰਘਾਂ ਦੀ ਬਣੀ ਨਹੀਂ। ਆਖੋ ਸਤਨਾਮ। ਇਹ ਪਹਿਲਾਂ ਤੋਂ ਹੀ ਧੋਖਾ ਦਿੰਦੇ ਆ ਰਹੇ ਨੇ ਤੇ ਹੁਣ ਵੀ ਧੋਖਾ ਦਿੰਦੇ ਨੇ। ਇਸ ਕਰਕੇ ਗੁਰਮੁਖ ਪਿਆਰਿਓ, ਸੈਦੇ ਖਾਂ ਪਠਾਨ ਇਸ ਸੈਨਾ ਦਾ ਸੈਨਾਪਤੀ ਗੁਰੂ ਜੀ ਨਾਲ ਯੁੱਧ ਕਰਨ ਵਾਸਤੇ ਫੌਜ ਲੈ ਕੇ ਦਿੱਲੀ ਤੋਂ ਆ ਰਿਹਾ ਹੈ। ਤਾਂ ਨੇਸਰ ਆਣ ਕੇ ਉਤਰਿਆ। ਇੱਧਰ ਗੁਰੂ ਜੀ ਵੱਲੋਂ ਮਸੰਦਾਂ ਦੇ ਹਟਾਏ ਜਾਣ ਕਰਕੇ ਸਿੱਖਾਂ ਪਾਸੋਂ ਕਾਰ ਭੇਟਾ ਆਉਣੀ ਬੰਦ ਹੋ ਗਈ। ਮਸੰਦ ਆਪਣੇ ਘਰੇ ਬੈਠੇ ਭੁੱਖੇ ਮਰਨ ਲੱਗੇ। ਮਾਤਾ ਗੁਜਰੀ ਜੀ ਪਾਸ ਜਾ ਕੇ ਆਪਣੇ ਦੁੱਖ ਦੱਸਣ ਲੱਗੇ। ਮਸੰਦ ਕਹਿਣ ਲੱਗੇ, ਵੇਖੋ ਮਾਤਾ ਜੀ, ਜੇ ਧਨ ਦੀ ਆਮਦਨ ਨਾ ਹੋਵੇ ਤਾਂ ਗੁਰੂ ਜੀ ਦਾ ਘਰ ਕਾਰ ਵਿਹਾਰ ਕਿਸ ਤਰ੍ਹਾਂ ਚੱਲੇਗਾ। ਅਸੀਂ ਸਿੱਖਾਂ ਪਾਸੋਂ ਧਨ ਇਕੱਠਾ ਕਰਕੇ ਲਿਆਉਂਦੇ ਸਾਂ ਤਾਂ ਗੁਰੂ ਜੀ ਦੇ ਸਾਰੇ ਲੰਗਰ ਅਤੇ ਫੌਜ ਦੇ ਖਰਚੇ ਚੱਲਦੇ ਸਨ। ਹੁਣ ਇਹ ਖਰਚ ਕਿੱਥੋਂ ਚੱਲਣਗੇ? ਤੁਸੀਂ ਗੁਰੂ ਜੀ ਨੂੰ ਸਮਝਾਓ ਕਿ ਐਸਾ ਨਾ ਕਰਨ। ਪਹਿਲਾਂ ਸਾਨੂੰ ਪਹਿਲੇ ਗੁਰੂਆਂ ਸਾਹਿਬਾਂ ਵਾਂਗੂ ਹੀ ਕਰਨ ਦੀ ਆਗਿਆ ਦੇਣ। ਮਸੰਦ ਦੇ ਰੋਜ਼ ਆਖਣ ਕਰਕੇ ਇੱਕ ਦਿਨ ਮਾਤਾ ਜੀ ਨੇ ਆਪ ਜੀ ਨੂੰ ਕਿਹਾ, ਬੇਟਾ, ਇਹ ਪਾਤਸ਼ਾਹੀ ਖਰਚਾ, ਫੌਜਾਂ ਦਾ ਲੰਗਰ, ਸਾਤਰ ਤੇ ਘੋੜੇ ਆਦਿਕ ਕਿੱਥੋਂ ਚੱਲੇਗਾ? ਤੁਸੀਂ ਕਾਰ ਭੇਟ ਲਿਆਉਣ ਵਾਸਤੇ, ਦਸਵੰਧ ਲਿਆਉਣ ਵਾਸਤੇ ਮਸੰਦਾਂ ਨੂੰ ਬੰਦ ਕਰ ਦਿੱਤਾ ਹੈ। ਮਸੰਦਾਂ ਦੇ ਪੱਖ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ, ਮਾਤਾ ਜੀ, ਇਹ ਮਸੰਦ ਲਾਲਚੀ, ਲੋਭੀ ਤੇ ਬੇਈਮਾਨ ਹਨ। ਗੁਰੂ ਘਰ ਦੇ ਸਾਰੇ ਖਰਚ ਗੁਰੂ ਨਾਨਕ ਦੇਵ ਮਹਾਰਾਜ ਜੀ ਚਲਾਉਣਗੇ। ਜਿਵੇਂ ਹੁਕਮ ਹੈ, ਖਾਵੇ ਖਰਚੇ ਰਲ ਮਿਲ ਭਾਈ, ਵਾਧੋ ਜਾਵੇ ਤੋੜ ਨਾ ਆਈ। ਸੋ ਤੁਹਾਨੂੰ ਇਹਨਾਂ ਦੀਆਂ ਗੱਲਾਂ ਵਿੱਚ ਆਉਣਾ ਨਹੀਂ ਚਾਹੀਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਭਰੋਸਾ ਰੱਖੋ। ਇਹ ਤਾਂ ਗੁਰੂ ਘਰ ਗੁਰੂ ਦਾ ਹੈ, ਕਿਸੇ ਦੇ ਚਲਾਏ ਤੇ ਥੋੜ੍ਹਾ ਚੱਲਣਾ। ਇਹ ਗੁਰੂ ਘਰ ਗੁਰੂ ਦਾ ਹੈ। ਇੱਥੇ ਪਿਆਰ ਵਾਲੀਆਂ ਸੰਗਤਾਂ ਆਉਣਗੀਆਂ ਤੇ ਉਹਨਾਂ ਦੀ ਕਿਰਤ ਕਮਾਈ ਦੇ ਨਾਲ ਗੁਰੂ ਘਰ ਚੱਲਣਗੇ। ਆਖੋ ਸਤਨਾਮ। ਇਸ ਕਰਕੇ ਭਾਈ, ਜਿਹੜੀ ਗੁਰੂ ਘਰ ਆ ਨਾ, ਇਹ ਚਲਾਣਾ ਕਿੰਨੇ ਨੇ ਆ? ਆਪਾਂ ਨੇ ਚਲਾਣਾ ਨਾ, ਸੰਗਤਾਂ ਨੇ। ਇੱਥੇ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰੂ ਘਰ ਦੀਆਂ ਸੇਵਾਵਾਂ ਚੱਲਦੀਆਂ ਨੇ। ਇਸੇ ਕਰਕੇ ਮੈਂ ਬੇਨਤੀਆਂ ਕੀਤੀਆਂ ਸੀ ਨਾ ਪਹਿਲਾਂ ਵੀ ਭਾਈ ਘੱਟੋ ਘੱਟ 10-10 ਰੁਪਏ ਮੱਥਾ ਟੇਕਿਆ ਕਰੋ। ਜੋ ਗੁਰੂ ਘਰ ਦੀ ਗੋਲਕ ਦੇ ਵਿੱਚ ਇੰਨਾ ਕੁ ਪੈਸੇ ਹੋ ਜਾਣ ਵੀ ਜੋ ਗੁਰੂ ਘਰ ਦੇ ਖਰਚੇ ਚੱਲ ਸਕਣ। ਔਰ ਮੇਰਾ ਕਿਹੜਾ ਢਿੱਡ ਦੁਖਦਾ, ਤੁਸੀਂ ਰੁਪਈਏ ਲਿਆ ਪਾਓਗੇ, ਮੈਨੂੰ ਕਿਹੜਾ ਕੋਈ ਘਾਟਾ ਪੈਣਾ। ਦੇਖ ਲਓ ਸਾਰੇ ਗੁਰਦੁਆਰੇ ਕਿੱਡੇ ਕਿੱਡੇ ਸੋਹਣੇ ਬਣੇ ਇਲਾਕਿਆਂ ਦੇ ਵਿੱਚ, ਤੇ ਆਪਣਾ ਵਾਲਾ ਦੇਖ ਲਓ, ਬੜੇ ਬੜੇ ਗੁਰਦੁਆਰੇ ਬਣੇ ਹੋਏ ਆ, ਕਿੰਨੇ ਕਿੰਨੇ ਸੋਹਣੇ ਬਣੇ ਹੋਏ ਆ। ਇਸ ਕਰਕੇ ਸਭ ਸੰਗਤਾਂ ਨੇ ਚਲਾਉਣਾ ਹੁੰਦਾ ਕਾਰਜ। ਇਹ ਸੰਗਤਾਂ ਦਾ ਸਾਂਝਾ ਹੁੰਦਾ। ਇੱਥੇ ਕੋਈ 1 2 5 4 ਦਾ ਨਹੀਂ ਗੁਰਦੁਆਰਾ ਕੋਈ ਹੁੰਦਾ। ਇਹ ਸਾਰਿਆਂ ਦਾ ਸਾਡਾ ਫਰਜ਼ ਬਣਦਾ। ਕਿਉਂਕਿ ਅਸੀਂ ਗੁਰੂ ਦੇ ਧੀਆਂ ਪੁੱਤਰਾਂ। ਮਹਾਰਾਜ ਜੀ ਕਹਿੰਦੇ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਅਸੀਂ ਗੁਰੂ ਦੇ ਧੀਆਂ ਪੁੱਤਰਾਂ ਤੇ ਸਾਡੇ ਹੀ ਫਰਜ਼ ਬਣਦਾ ਭਾਈ। ਇਸ ਕਰਕੇ ਮਹਾਰਾਜ ਜੀ ਕਹਿੰਦੇ, ਮਾਤਾ ਜੀ, ਇਹਨਾਂ ਦੀਆਂ ਗੱਲਾਂ ਵਿੱਚ ਨਾ ਆਓ। ਇਹ ਤਾਂ ਗੁਰੂ ਨਾਨਕ ਦਾ ਘਰ ਆ। ਇੱਥੇ ਤਾਂ ਗੁਰੂ ਨੇ ਆਪੇ ਕਿਰਪਾ ਕਰ ਦੇਣੀ ਹੈ ਸੰਗਤਾਂ ਤੇ। ਸਭ ਸੰਗਤਾਂ ਦੀ ਸੇਵਾ ਇਹਨਾਂ ਨੇ ਆਪੇ ਚਲਾਈ ਜਾਣਾ ਹੈ। ਤਾਂ ਗੁਰਮੁਖ ਪਿਆਰਿਓ, ਅੱਗੇ ਫਿਰ ਸੈਦੇ ਖਾਂ ਦੇ ਨਾਲ ਜੰਗ, ਇਹ ਵਿਚਾਰਾ ਆਪਾਂ ਕਰਾਂਗੇ ਕੱਲ ਨੂੰ ਸਰਵਣ। ਆਓ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਕੋਲੋਂ ਇੱਕ ਨਹੀਂ ਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਸੰਗਤਾਂ ਸਤਿਗੁਰੂ ਜੀ ਬਖਸ਼ਣਹਾਰ ਹਨ। ਅੱਗੋਂ ਵਾਤ
ਸਿਰ ਤੇ ਮੇਰਾ ਪ੍ਰਹਤ ਰੱਖ ਕੇ ਗੁਰਬਾਣੀ ਪੜ੍ਹਨ ਦੀ, ਸੇਵਾ ਕਰਨ ਦੀ, ਕਥਾ ਕੀਰਤਨ ਕਰਨ ਦੀ ਸੋਝੀ ਆ ਜਾਏ। ਲੋਕ ਸੁਖੀਏ ਪ੍ਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਆਓ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਕੋਲੋਂ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਸੰਗਤਾਂ ਸਤਿਗੁਰੂ ਜੀ ਬਖਸ਼ਣਹਾਰ ਹਨ। ਅੱਗੋਂ ਬਾਤ ਤੇ ਸਿਰ ਤੇ ਮੇਰਾ ਪ੍ਰਹਤ ਰੱਖ ਕੇ ਸੁੱਧ ਸਪੱਟ ਗੁਰਬਾਣੀ ਪੜ੍ਹਨ ਦੀ, ਸੇਵਾ ਕਰਨ ਦੀ, ਕਥਾ ਕੀਰਤਨ ਕਰਨ ਦੀ ਸੋਝੀ ਆ ਜਾਏ। ਲੋਕ ਸੁਖੀਏ ਪ੍ਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸੋ 3, 4, 5 ਦਾ ਸ੍ਰੀ ਅਖੰਡ ਪਾਠ ਦਸਵੀਂ ਦੇ ਦਿਹਾੜਾ ਅਤੇ ਜਗਤ ਗੁਰੂ ਗੁਰੂ ਰਵਿਦਾਸ ਮਹਾਰਾਜ ਜੀਆਂ ਦੇ ਅਵਤਾਰ ਦਿਹਾੜੇ ਦੇ ਵਿੱਚ ਸਰਬ ਸਾਂਝਾ 3 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 5 ਨੂੰ ਭੋਗ ਪਾਏ ਜਾਣੇ ਨੇ। ਸੋ ਨੌਜਵਾਨਾਂ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ। ਸੋ ਪਰਸੋਂ ਕੱਲ੍ਹ ਸਾਰੇ ਇਕੱਠੇ ਕਰੇ ਸੀ, ਮਾਂ ਵੀ ਇੱਕ ਮਨਾ ਲਓ ਇਕੱਠੇ ਹੋ ਕੇ। ਕੀ ਕਹਿੰਦੇ ਜੀ ਅਸੀਂ ਧਰਮਸ਼ਾਲਾ 'ਚ ਮਨਾਉਣਾ, ਕਈ ਕਹਿੰਦੇ ਜੀ ਅਸੀਂ ਗੁਰਦੁਆਰਾ ਸਾਹਿਬ ਮਨਾਉਣਾ। ਮਾਂ ਵੀ ਤੁਹਾਡੀ ਚਿੰਤਾ, ਮੇਰੀ ਕੋਈ ਚਿੰਤਾ ਨਹੀਂ। ਮੈਨੂੰ ਤਾਂ ਜਿੱਥੇ ਤੁਸੀਂ ਕਹੋਗੇ ਆਪਾਂ ਤਾਂ ਉੱਥੇ ਹੀ ਸੇਵਾ ਕਰ ਦੇਣੀ ਆ। ਪਰ ਨਹੀਂ ਮੰਨੇ, ਮੈਂ ਕਿਹਾ ਚੱਲ ਇਕੱਠੇ ਹੋ ਕੇ ਮਨਾ ਲਓ। ਤਾਂ ਗੁਰਮੁਖ ਪਿਆਰਿਓ, ਫਿਰ ਹੁਣ ਆਪੋ ਆਪਣਾ ਹਿਸਾਬ ਕਿਤਾਬ ਹੁੰਦਾ ਅਗਲਿਆਂ ਦਾ, ਆਪਾਂ ਨੂੰ ਕੀ ਚਿੰਤਾ ਇਹ ਚੀਜ਼ ਦੀ। ਮੈਨੂੰ ਪਤਾ ਲੱਗਾ ਸੀ ਪਿਛਲੀ ਵਾਰ ਵੀ ਕਈਆਂ ਨੇ ਮਾਈਆਂ ਨੇ ਮੈਨੂੰ ਗਾਲਾਂ ਕੱਢੀਆਂ ਨੇ ਵੀ ਬਾਬਾ ਕੌਣ ਹੁੰਦਾ ਇੱਕ ਕਰਨ ਵਾਲਾ, ਉਹਦਾ ਕੀ ਮਤਲਬ ਆ। ਕਿਉਂਕਿ ਪਤਾ ਲੱਗ ਜਾਂਦਾ ਨਾ ਗੱਲਾਂ ਬਾਤਾਂ ਵੀ ਕਿੰਨੇ ਕਿੰਨੇ ਨਾਂ ਵੀ ਆਪਣੇ ਆਪ। ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਭਾਈ, ਤੇ 4 ਜਣੇ ਇਕੱਠੇ 4 ਕਰਾ ਲਓ, 1 ਦੀ ਬਜਾਏ 2 ਦੀ ਬਜਾਏ। ਪਰ ਜਿਹੜਾ ਇਕੱਠੇ ਹੋ ਕੇ ਆਨੰਦ ਬਣਦਾ ਨਾ, ਉਹ ਇਕੱਲੇ ਨਹੀਂ ਬਣਦਾ। ਜੇ ਦਿੱਲੀ ਦੇ ਉੱਤੇ ਧਰਨਾ ਲਾਇਆ ਨਾ, ਸਾਰੇ ਸੰਸਾਰ ਨੇ ਇਕੱਠੇ ਹੋ ਕੇ ਲਾਇਆ ਨਾ, ਤਾਂ ਇਹ ਕੁਝ ਪ੍ਰਾਪਤ ਹੋ ਗਿਆ। ਜੇ ਉੱਥੇ ਇਕੱਲੇ ਜ਼ਿਮੀਂਦਾਰੇ ਬਹਿ ਜਾਂਦੇ ਜਾ ਕੇ, ਫੇਰ ਵੀ ਨਹੀਂ ਸੀ ਗੱਲ ਬਣਨੀ। ਜੇ ਇਕੱਲੀਆਂ ਧਾਰਮਿਕ ਸੰਸਥਾਵਾਂ ਬਹਿ ਜਾਂਦੀਆਂ, ਫੇਰ ਵੀ ਨਹੀਂ ਗੱਲ ਬਣਨੀ ਸੀ। ਜੇ ਮਜ਼ਦੂਰ ਬਹਿ ਜਾਂਦੇ ਇਕੱਲੇ, ਫੇਰ ਵੀ ਨਹੀਂ ਸੀ ਗੱਲ ਬਣਨੀ। ਜੇ ਗੁਰਮੁਖ ਪਿਆਰਿਓ ਆੜਤੀ ਇਕੱਲੀ ਬਹਿ ਜਾਂਦੇ, ਫੇਰ ਵੀ ਨਹੀਂ ਸੀ ਗੱਲ ਬਣਨੀ। ਗੱਲ ਕਦੋਂ ਬਣੀ? ਜਦੋਂ ਸਾਰਾ ਸੰਸਾਰ ਇਕੱਠਾ ਹੋ ਕੇ ਬੈਠਿਆ, ਇੱਕ ਹੋ ਕੇ ਬੈਠੇ, ਏਕਤਾ ਦੇ ਵਿੱਚ ਆਏ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਫਿਰ ਜਿੱਤਿਆ ਨਾ ਕੰਮ, ਮੋਰਚਾ ਫਤਿਹ ਹੋਇਆ। ਇਸ ਕਰਕੇ ਜਦੋਂ ਇਕੱਠੇ ਆਪਾਂ ਚੱਲਦੇ ਆ ਨਾ, ਉਦੋਂ ਫਿਰ ਮੋਰਚੇ ਫਤਿਹ ਹੁੰਦੇ ਨੇ। ਆਖੋ ਸਤਨਾਮ। ਉਦੋਂ ਫਿਰ ਗੁਰਮੁਖ ਪਿਆਰਿਓ ਗੁਰੂ ਪੀਰਾਂ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ। ਜਦੋਂ ਮੰਨ ਲਓ ਪਰਿਵਾਰ ਦੇ ਵਿੱਚ 2 ਮੈਂਬਰ ਬੱਚੇ ਹੋਣ, ਉਹ ਅੱਡੋ ਅੱਡ ਹੋ ਜਾਣ, ਤਾਂ ਗੁਰਮੁਖ ਪਿਆਰਿਓ ਪਿਓ ਨੂੰ ਬਹੁਤੀ ਖੁਸ਼ੀ ਨਹੀਂ ਹੁੰਦੀ। ਖੁਸ਼ੀ ਉਦੋਂ ਹੁੰਦੀ ਆ ਜਦੋਂ ਇਕੱਠੇ ਹੋ ਕੇ ਕਾਰਜ ਕਰਦੇ ਨੇ। ਪਿਓ ਆਪਣੇ ਦੋਵਾਂ ਪੁੱਤਰਾਂ ਨੂੰ ਦੇਖ ਕੇ ਬੜਾ ਖੁਸ਼ ਹੁੰਦਾ। ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਪੀਰਾਂ ਦੀਆਂ ਬਰਸੀਆਂ ਮਨਾਉਂਦੇ ਆ ਨਾ, ਗੁਰੂ ਪੀਰ ਉਦੋਂ ਖੁਸ਼ ਹੁੰਦੇ ਨੇ ਜਦੋਂ ਅਸੀਂ ਸਾਰੇ ਇਕੱਠੇ ਹੁੰਦੇ। ਆਖੋ ਸਤਨਾਮ। ਬਾਕੀ ਮਨ ਮਤ ਤਾਂ ਜਿਵੇਂ ਮਰਜ਼ੀ ਚੱਲੀ ਜਾਵੇ, ਕਰੀ ਜਾਏ, ਉਹਦਾ ਤਾਂ ਭਾਈ ਵੱਖਰੀ ਕਹਿਣਾ ਕਹਾਣਾ ਫਿਰ। ਸੋ ਇਸ ਕਰਕੇ ਸਤਿਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਆਪਣੇ ਸਮੇਂ ਔਰ ਸਵਾਸਾਂ ਨੂੰ ਸਫਲੇ ਬਣਾਉਣ ਦਾ ਯਤਨ ਕਰਿਆ ਕਰੋ। ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਗੁਰਮਤਿ ਦੇ ਧਾਰਨੀ ਬਣੋ। ਜਦੋਂ ਗੁਰਮਤਿ ਦੇ ਧਾਰਨੀ ਬਣਾਂਗੇ, ਗੁਰੂ ਦੀਆਂ ਗੱਲਾਂ ਸੁਣਾਂਗੇ, ਗੁਰੂ ਦੇ ਬਚਨ ਸੁਣਾਂਗੇ, ਫਿਰ ਸਾਨੂੰ ਗਿਆਨ ਆਵੇਗਾ। ਜਦੋਂ ਗਿਆਨ ਆਊਗਾ, ਜਦੋਂ ਅੰਦਰ ਹਿਰਦੇ ਅੰਦਰ ਗਿਆਨ ਆ ਗਿਆ ਨਾ, ਫਿਰ ਗੁਰਮੁਖ ਪਿਆਰਿਓ ਏਕਤਾ ਬਣੇਗੀ। ਨਹੀਂ ਉਹਨਾਂ ਚਿਰ ਨਹੀਂ ਗੱਲ ਬਣਦੀ ਹੈ। ਆਓ ਸਤਿਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਸਮੇਂ ਔਰ ਸਵਾਸਾਂ ਨੂੰ ਸਫਲੇ ਬਣਾਉਣ ਦਾ ਯਤਨ ਕਰਿਆ ਕਰੋ। ਕੋਈ ਪਤਾ ਨਹੀਂ ਸਵਾਸਾਂ ਦਾ ਕਿੰਨੇ ਕੁ ਸਰੀਰ 'ਚ ਸਵਾਸ ਨੇ, ਐਵੇਂ ਆਪਾਂ ਮੈਂ ਮੇਰੀ ਕਰਦੇ ਫਿਰਦੇ ਆ। ਪਤਾ ਕੋਈ ਨਹੀਂ ਹੈ ਭਾਈ ਕਦੋਂ ਡੰਕਾ ਵੱਜ ਜਾਣਾ। ਮੈਂ ਨਹੀਂ ਕਹਿੰਦਾ, ਮਹਾਰਾਜ ਜੀ ਕਹਿੰਦੇ ਕਹਾਂ ਬਸਾਸਾ ਇਸ ਭਾਂਡੇ ਕਾ ਇਤਨਾ ਕੁ ਲਾਗੇ ਠਣਕਾ। ਕੰਚ ਦੇ ਭਾਂਡੇ ਦੀ ਤਰ੍ਹਾਂ ਸਰੀਰ ਆ, ਪਤਾ ਕੋਈ ਨਹੀਂ। ਇਸ ਕਰਕੇ ਸਾਰੇ ਪ੍ਰੇਮ ਪਿਆਰ ਦੇ ਨਾਲ ਰਲ ਮਿਲ ਕੇ ਗੁਰੂ ਦੀਆਂ ਕਥਾ ਕਹਾਣੀਆਂ, ਬਾਣੀਆਂ, ਪੁੱਤ ਸਪੁੱਤ ਕਰੇਣ ਦੇ ਮਹਾਵਾਕ ਅਨੁਸਾਰ। ਇਸ ਕਰਕੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਕੋਈ ਵੀ ਕਾਰਜ ਸਾਂਝਾ
ਉਹ ਸਾਂਝੇ ਤੌਰ ਤੇ ਇੱਕ ਥਾਵੇਂ ਹੀ ਕਰਨਾ ਚੰਗਾ ਹੈ, ਸ਼ੋਭਾ ਦਿੰਦਾ ਹੈ। ਸੋ ਆਓ 3, 4, 5 ਦਾ ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਆਰੰਭ ਹੋਣਗੇ ਸਤਿਗੁਰੂ ਮਹਾਰਾਜ ਜੀ ਦੇ 10ਵੀਂ ਦੇ ਦਿਹਾੜੇ ਦੇ ਸੰਬੰਧ ਵਿੱਚ ਅਤੇ ਜਗਤ ਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਿਹਾੜੇ ਦੇ ਸੰਬੰਧ ਵਿੱਚ ਇਹ ਰਲ ਮਿਲ ਕੇ ਸਾਰੇ ਨਗਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਸਭ ਸੰਗਤਾਂ ਨੇ ਯੋਗਦਾਨ ਪਾ ਕੇ ਆਪਣੀ ਦਸਾਂ ਨੌਂ ਦੀ ਕਿਰਤ ਕਮਾਈ ਨੂੰ ਸਫਲੇ ਬਣਾਉਣ ਦਾ ਯਤਨ ਕਰਨਾ ਜੀ। ਲੋਕ ਸੁਖੀਏ ਪਰਲੋਕ ਸਹਿਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦੋਦਾਈ ਦਾਇਆ, ਖਿਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਬਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ, ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ,